ਸੂਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੇ ਰਚਨਹਾਰ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ, ਇਹ ਪਾਪਾਂ ਦੇ ਪੁੰਨਾਂ ਤੋਂ ਬਰੇ ਵਿਆਪਕ ਸਰੂਪ, ਨਾਸ਼ ਰਹਿਤ ਚੇਤਨ ਸਰੂਪ, हे पार ब्रह्म परमेश्वर स्वरूप सतगुरु जी। आपे करण हारा, तू आप ही सब कुछ करने वाला है। चारण तूड़ा तेरी सेवक मंगा, मैं सेवक तेरे चरणों की धूड़ी मंगदा हाँ। तेरे दर्शन कौ बलहारा, हर तेरे दर्शनां दे ताई बलिहार कुर्बान जांदा है वाहिगुरु। मेरे राम राय, मेरे राजा स्वरूप परमेश्वर, ज्यों राखा त्यों रहिया, जिवें तू रखेगा तिवें असी रहना करांगे। तुध पावै ता नाम जपावह, जिन्हूं भा जावे ਜਾਂ ਸਾਡੀ ਸ਼ਰਧਾ ਤੈਨੂੰ ਭਾ ਜਾਵੇ ਤਾਂ ਆਪਣਾ ਅੰਮ੍ਰਿਤ ਨਾਮ ਤੂੰ ਜਪਾਉਂਦਾ ਹੈ। ਸੁਖ ਤੇਰਾ ਦਿੱਤਾ ਲਹੀਆ, ਹਰ ਤੇਰਾ ਹੀ ਦਿੱਤਾ ਹੋਇਆ ਆਤਮਿਕ ਆਨੰਦ ਰੂਪ ਸੁਖ ਅਸੀਂ ਪ੍ਰਾਪਤ ਕਰਦੇ ਹਾਂ। ਰਹਾਉ ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ, ਭੁਗਤਾ ਭੁਗਤਾ ਜੁਗਤ ਤੇਰੀ ਸੇਵਾ, ਮੁਕਤੀ ਭੋਜਨ ਪਦਾਰਥਾਂ ਆਦਿਕ ਦੀ ਜੁਗਤੀ ਅਤੇ ਜੋ ਤੇਰੀ ਸੇਵਾ ਹੈ ਇਹਦੇ ਵਿੱਚ ਹੀ ਸਾਡੇ ਲਈ ਮੁਕਤੀ ਹੈ। ਇਹੀ ਭੋਜਨ ਪਦਾਰਥਾਂ ਦੀ ਜੁਗਤੀ ਹੈ। ਇਹੀ ਮਹਾਰਾਜ ਸੋ ਭੋਜਨ ਪਦਾਰਥ ਆਦਿਕ ਹਨ। ਤੇਰੀ ਸੇਵਾ ਦੇ ਵਿੱਚ ਹੀ ਸਾਨੂੰ ਸਾਰਾ ਕੁਛ ਪ੍ਰਾਪਤ ਹੋਇਆ ਹੈ। ਜੇ ਆਪਾਂ ਘਰ ਹੁੰਦੇ ਤਾਂ ਦੁਨੀਆ ਵਾਂਗ ਭੁੱਖੇ ਮਰਨਾ ਸੀਗਾ। ਜਿਸ ਤਰ੍ਹਾਂ ਲੋਕ ਕਿਸੇ ਦੀ 1 ਲੱਖ ਰੁਪਈਆ ਵੀ ਤਨਖਾਹ ਹੈ, ਮਾफ़ ਕਰਨਾ, ਉਹਨੂੰ ਵੀ ਕਿਤੇ ਪੁੱਛ ਕੇ ਵੇਖ ਲਿਓ, ਉਹ ਵੀ ਕਹੂਗਾ ਕਿ ਬੁਰਾ ਹਾਲ ਹੈ। ਕਰੋੜਾਂ ਦਾ ਸਮਾਨ ਵਪਾਰੀ ਦਾ ਸ਼ੋਅਰੂਮ ਦੇ ਵਿੱਚ ਰੋਲ ਰਿਹਾ, ਕੋਈ ਲੈਣ ਵਾਲਾ ਨਹੀਂ। ਸਭ ਦੁਨੀਆ ਵਿਹਲੀ ਬੈਠੀ ਸਰਕਾਰ ਨੂੰ ਬੁਰਾ ਭਲਾ ਕਹਿ ਰਹੀ ਹੈ। ਸਾਡੀ ਸਰਕਾਰ ਜਿੰਦਾਬਾਦ। ਹੋਰ ਨਹੀਂ ਕੁਛ, ਰੋਟੀ ਤਾਂ ਹੈ ਹੀ ਆ, ਮਨ ਦੀ ਖੁਸ਼ੀ ਤਾਂ ਹੈ ਹੀ ਆ ਨਾ, ਗੱਤਕਾ ਤਾਂ ਹੈਗਾ ਹੀ ਆ। ਛਾਲਾਂ ਮਾਰੋ, ਜਕਾਰੇ ਛੱਡੋ, ਨਗਾਰਾ ਖੜਕਾਓ, ਨਿਸ਼ਾਨ ਸਾਹਿਬ ਜਿੰਦਾਬਾਦ। ਅੱਧੀ ਰਾਤ 12 ਵਜੇ ਹੀ ਸੰਗਤਾਂ ਜਕਾਰੇ ਛੱਡਣ ਲੱਗ ਪੈਂਦੀਆਂ, ਜਿਵੇਂ ਦੁਨੀਆ ਦੀ ਕੋਈ ਪਰਵਾਹ ਨਾ ਹੋਵੇ। ਦੁਨੀਆ ਦੀਆਂ ਸਾਰੀਆਂ ਅੰਬੈਸੀਆਂ ਬੰਦ ਪਈਆਂ ਨੇ, ਜਿੱਥੇ ਮਰਜ਼ੀ ਜਾ ਕੇ ਵੇਖ ਲਓ, ਜਿੱਥੇ ਉਹਨਾਂ ਦੇ ਨਿਸ਼ਾਨ ਝੂਲਦੇ ਨੇ ਸਭ ਕੁਛ ਬੰਦ ਹੈ। ਪਰ ਇੱਥੇ ਵੇਖੋ, ਮਹਾਰਾਜ ਦਾ ਘਰ ਨਿਸ਼ਾਨ ਸਾਹਿਬ ਇਹ ਜਿੰਦਾਬਾਦ। ਦਿਨ ਰਾਤ ਸੰਗਤਾਂ ਆਨੰਦ ਮਾਣਦੀਆਂ ਨੇ। ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਸ ਲਈ ਮਹਾਰਾਜ ਜਿਹੜੀ ਤੇਰੀ ਸੇਵਾ ਹੈ ਇਹਦੇ 'ਚ ਹੀ ਸਾਨੂੰ ਮੁਕਤੀ ਹੈ, ਇਹਦੇ 'ਚ ਹੀ ਭੋਜਨ ਪਦਾਰਥ ਹੈ। ਮੈਂ ਇੰਗਲੈਂਡ ਗਿਆ ਪਹਿਲੀ ਵਾਰ, ਗੁਰਦੁਆਰਾ ਗੁਰੂ ਨਾਨਕ ਹੌਲੀ ਬੌਂਸ, ਉੱਥੋਂ ਦੀ ਬਾਤ ਹੈ। ਰਾਤ ਦੇ 10 ਵਜੇ ਦਾ ਸਮਾਂ, ਮੈਨੂੰ ਪਤਾ ਨਹੀਂ ਸੀਗਾ। ਮੈਂ ਸੁਤੇ ਸਿੱਧੀ ਪੁੱਛ ਬੈਠਾ ਮੁੰਡਿਆਂ ਨੂੰ, ਬੜੇ ਬੜੇ ਬਰਤਨ ਜੋ ਲੰਗਰ ਦੇ ਵਿੱਚ ਬਹੁਤੀ ਸੰਗਤ ਵਾਸਤੇ ਭੋਜਨ ਬਣਾਉਣ ਲਈ ਵਰਤੇ ਜਾਂਦੇ ਨੇ, ਅਤੇ ਉਹਨਾਂ
ਜਿਸ ਤਰ੍ਹਾਂ ਘੋਲ ਕਬੱਡੀ ਕਰੀਦੀ ਹੈ, ਇਸ ਤਰ੍ਹਾਂ ਭਲਵਾਨਾਂ ਵਾਂਗ ਬਰਤਨਾਂ ਨਾਲ ਘੋਲਣਾ, ਮਤਲਬ ਹਿੱਲਣੇ ਨਾ, ਜ਼ੋਰ ਦੇ ਨਾਲ ਉਹਨਾਂ ਨੇ ਬੜੇ ਘੋਲ ਕਰਕੇ ਸਭ ਉਹਨਾਂ ਦਾ ਕੱਪੜ ਤਿੰਗੜ ਗਿੱਲਾ ਹੋਇਆ ਹੋਣਾ, ਸਾਰੇ ਭਾਂਡੇ ਮਾਂਜ ਕੇ ਧੋ ਕੇ ਅਤੇ ਫਿਰ ਜਾਣਾ। ਅਤੇ ਜਾਂਦੀ ਬਾਕੀ ਉਹਨਾਂ ਨੇ ਕੁਝ ਕੁ ਪ੍ਰਸ਼ਾਦੇ ਲੰਗਰ ਵਿੱਚੋਂ ਲਿਫਾਫੇ 'ਚ ਪਾਏ, ਬਿਨਾਂ ਹੀ ਕੱਪੜੇ ਤੋਂ। ਮੈਨੂੰ ਪਤਾ ਨਹੀਂ ਸੀ, ਮੈਂ ਪੁੱਛ ਬੈਠਾ, ਮੈਂ ਕਿਹਾ ਵੀ ਲੰਗਰ ਤਾਂ ਤੁਸੀਂ ਛਕ ਲਿਆ, ਇਹ ਪ੍ਰਸ਼ਾਦੇ ਕੀ ਕਰਨੇ ਨੇ? ਕਹਿੰਦੇ ਵੀ ਇੱਥੇ ਵੀ ਤਾਂ ਵੇਸਟ ਹੀ ਨੇ। ਮੈਂ ਕਿਹਾ ਜੀ ਹਾਂ, ਜੋ ਰਾਤ ਰਹਿ ਗਿਆ ਸਵੇਰੇ ਤਾਂ ਕਿਸੇ ਖਾਣਾ ਨਹੀਂ, ਇਹ ਤਾਂ ਵਿਆਹ ਹੋ ਗਿਆ, ਬਾਸੀ ਹੋ ਗਿਆ, ਇਹ ਤਾਂ ਵੇਸਟ ਹੀ ਆ ਸਾਡੇ ਲਈ। ਕਹਿੰਦੇ ਇੱਥੇ ਆਪਾਂ ਸੁੱਟ ਵੀ ਨਹੀਂ ਸਕਦੇ। ਮੈਂ ਕਿਹਾ ਜੀ ਹਾਂ, ਕੋਈ ਕੁੱਤਾ ਬਿੱਲਾ ਨਹੀਂ, ਕੋਈ ਪਸ਼ੂ ਪੰਛੀ ਨਹੀਂ ਜਿਹਨੂੰ ਆਪਾਂ ਪਾ ਸਕਦੇ। ਉਹ ਮਸ਼ੀਨ 'ਚ ਪਾ ਕੇ ਅਤੇ ਪਾਣੀ ਪਾ ਕੇ ਨਾਲੀ 'ਚ ਹੀ ਰੋੜਨੇ ਪੈਂਦੇ ਨੇ। ਕਹਿੰਦੇ ਇਸ ਲਈ ਆਪਾਂ ਜਿੱਥੇ ਨੌਕਰੀ ਕਰਦੇ ਹਾਂ ਉੱਥੇ ਜਾ ਕੇ ਪੰਛੀਆਂ ਨੂੰ ਪਾਵਾਂਗੇ। ਉਹ ਮੈਨੂੰ ਬਾਅਦ ਵਿੱਚ ਪਤਾ ਲੱਗਾ ਵੀ ਇਹ ਮੁੰਡੇ ਸਵੇਰੇ ਇਹੀ ਗਰਮ ਕਰਕੇ ਛਕਣਗੇ ਅਤੇ ਆਪ ਦੇ ਛਕਣ ਵਾਸਤੇ ਦੁਪਹਿਰ ਦਾ ਭੋਜਨ ਵੀ ਇਹੀ ਗੁਰੂ ਮਹਾਰਾਜ ਦੇ ਪਾਸੋਂ ਹੀ ਲੈ ਕੇ ਜਾ ਰਹੇ ਨੇ। ਰਾਤ ਨੂੰ ਫਿਰ ਬਰਤਨਾਂ ਦੀ ਸੇਵਾ ਕਰਕੇ। ਅਤੇ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪ੍ਰਤੱਖ ਵੀ ਸਾਨੂੰ ਤੇਰਾ ਹੀ ਆਸਰਾ ਹੈ। ਇਹ ਮਹਾਰਾਜ ਤੇਰੀ ਸੇਵਾ ਦੇ ਵਿੱਚੋਂ ਹੀ ਆਪਾਂ ਨੇ ਸਭ ਕੁਛ ਪ੍ਰਾਪਤ ਕੀਤਾ ਹੈ, ਜੋ ਵੀ ਵਿੱਦਿਆ ਹੈ, ਲਿਆਕਤ ਹੈ, ਜੋ ਵੀ ਜੀਵਨ ਦੀਆਂ ਲੋੜਾਂ ਨੇ, ਇਹ ਸਭ ਤੂੰ ਆਪ ਕਿਰਪਾ ਕਰਕੇ ਪੂਰੀਆਂ ਕੀਤੀਆਂ ਨੇ। ਮਰਨ ਤੋਂ ਬਾਅਦ ਗੁਰੂ ਕੀ ਬਾਣੀ ਦਾ ਇਲਾਭ ਹੈ ਕਿ ਮੁਕਤੀ ਵੀ ਬਖਸ਼ਿਸ਼ ਕਰਦੀ ਹੈ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਤੇਰੀ ਸੇਵਾ ਦੇ ਵਿੱਚੋਂ ਹੀ ਮੁਕਤੀ ਹੈ। ਭੁਗਤ ਭੋਜਨ ਪਦਾਰਥ ਜੋ ਵੀ ਅਸੀਂ ਖਾਂਦੇ ਪੀਂਦੇ ਹਾਂ, ਘਰ ਬਾਰ ਅੰਦਰ, ਇਹ ਸਭ ਤੇਰੀ ਹੀ ਬਖਸ਼ਿਸ਼ ਹੈ। ਤੇਰੀ ਸੇਵਾ ਦੇ ਵਿੱਚ ਹੀ ਸਭ ਕੁਝ ਹੈ। ਮਹਾਰਾਜ ਸੱਚੇ ਪਾਤਸ਼ਾਹ, ਆ ਮੈਂ ਕਰਤਾਰਪੁਰ ਗਿਆ, ਮੇਰਾ ਬਾਣਾ ਵੇਖ ਕੇ ਅਤੇ ਉਹ ਟਾਰਗੇਟ ਜਿਹਾ ਬਣ ਗਿਆ, ਕਿਉਂਕਿ ਮੈਂ ਇਕੱਲਾ ਹੀ ਸੀਗਾ ਝੋਲੇ ਵਾਲਾ। ਉਹ ਇੱਕ ਮੁਸਲਮਾਨ ਬਜ਼ੁਰਗ, ਦੋ ਜੋੜਾ, ਦੋਵੇਂ ਹੀ ਇੰਨੇ ਪਿਆਰ ਵਾਲੇ ਹੈ, ਤਾਂ ਸਾਰੇ ਹੀ ਉਹ ਇੰਨੇ ਪਿੱਛੇ ਪਏ। ਕਹਿੰਦੇ ਚਲੋ ਤੁਹਾਨੂੰ ਹੋਟਲ ਦੇ ਵਿੱਚ ਦੁਪਹਿਰ ਦਾ ਭੋਜਨ ਕਰਾਉਂਦੇ ਹਾਂ। ਮੈਂ ਬੇਨਤੀ ਕੀਤੀ ਸਿਰਫ ਬਾਣਾ ਵੇਖ ਕੇ, ਮਹਾਰਾਜ ਦਾ ਨਾਮ ਵੇਖ ਕੇ। ਕਹਿੰਦੇ ਤੁਸੀਂ ਸਾਡੇ ਪ੍ਰਾਹੁਣੇ ਹੋ ਅਤੇ ਗੁਰਦੁਆਰੇ ਤੋਂ ਬਾਹਰ ਚੱਲੋ, ਆਪਾਂ ਹੋਟਲ 'ਚ ਬਹਿ ਕੇ ਰੋਟੀ ਖਾਂਦੇ ਹਾਂ। 5 ਮਿੰਟ ਸਿਰਫ ਵਚਨ ਕੀਤੇ। ਮੈਂ ਕਿਹਾ ਜੀ ਨਹੀਂ, ਆਪਾਂ ਇੱਥੋਂ ਬਾਹਰ ਨਹੀਂ ਜਾ ਸਕਦੇ। ਬਾਕੀ ਭੋਜਨ ਘਰੋਂ ਛਕਿਆ ਅਤੇ ਹੁਣ ਗੁਰੂ ਕੇ ਲੰਗਰ ਦੇ ਵਿੱਚ ਚੜ੍ਹਦੀ ਕਲਾ ਹੈ। ਉਹਨੇ ਇੰਨਾ ਜ਼ੋਰ ਲਾਇਆ, ਕਹਿੰਦੇ ਚਾਹ ਦਾ ਪਿਆਲਾ ਹੀ ਹੋ ਜਾਏ। ਉਹ ਨਾ ਜਾਣਨ ਨਾ ਬੁੱਝਣ, ਨਾਮ ਕਿਸ ਦਾ? ਮਹਾਰਾਜ ਸੱਚੇ ਪਾਤਸ਼ਾਹ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ। ਸੋ ਇਹਦੀ ਬਾਣੀ ਅਤੇ ਇਹਦੇ ਬਾਣੀ ਨੂੰ ਸਲਾਮ ਹੈ। ਅਸੀਂ ਖੁਦ ਆਪ ਵੀ ਮੰਨਦੇ ਹਾਂ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ, ਤੇਰੀ ਸੇਵਾ ਦੇ ਵਿੱਚ ਸਾਨੂੰ ਸਭ ਕੁਛ ਪ੍ਰਾਪਤ ਹੋਇਆ ਹੈ ਅਤੇ ਪ੍ਰਾਪਤ ਹੋ ਰਿਹਾ ਹੈ। ਕਈ ਵਾਰ ਭੁਲੇਖਾ ਪੈ ਜਾਂਦਾ ਵੀ ਸ਼ਾਇਦ ਸਾਡੀ ਮਿਹਨਤ ਹੈ ਜਾਂ ਅਸੀਂ ਕਿਤੋਂ ਹੋਰ ਆਪਦੀ ਮਿਹਨਤ ਨਾਲ ਕੁਝ ਹੋਰ ਵੱਧ ਕਰ ਸਕਦੇ ਹਾਂ, ਪਰ ਬਿਲਕੁਲ ਨਹੀਂ। ਇਹ ਮਨ ਦਾ ਭੁਲੇਖਾ ਹੈ। ਗੁਰਬਾਣੀ ਦੇ ਵਿੱਚ ਹੀ ਮੁਕਤੀ ਹੈ। ਜਿਸ ਤੂੰ ਆਪ ਕਰਾਏ, ਪਰ ਸੇਵਾ ਉਹ ਬੰਦਾ ਕਰਦਾ ਜਿਹਦੇ ਪਾਸੋਂ ਤੂੰ ਆਪ ਸੇਵਾ ਕਰਵਾਉਂਦਾ ਹੈ। ਤਾਹਾਂ ਬੈਕੁੰਠਾ ਜਹ ਕੀਰਤਨ ਤੇਰਾ। ਜਿੱਥੇ ਜਿੱਥੇ ਵੀ ਮੈਂ ਵਿਦੇਸ਼ਾਂ ਦੇ ਵਿੱਚ ਗਿਆ, ਗੁਰੂ ਘਰ ਦੇ ਜਿਹੜੇ ਮੁੱਖ ਸੇਵਾਦਾਰ ਪ੍ਰਧਾਨ ਜੀ ਹੁੰਦੇ, ਉਹਨਾਂ ਦੀ ਪ੍ਰਧਾਨ ਮੰਤਰੀ ਜਿੰਨੀ ਪਾਵਰ।
ਉਹਨਾਂ ਦੇ ਦੇਸ਼ਾਂ ਦੇ ਵਿੱਚ ਮੰਨੀ ਜਾਂਦੀ ਹੈ। ਜਾਣ ਦੀ ਬਜਾਏ ਕਿਸੇ ਨੂੰ ਫੋਨ ਹੀ ਮਾਰ ਦੇਣ, ਕਿਤੇ ਵੀ ਸਰਕਾਰੀ ਦਰਬਾਰੇ, ਕੋਈ ਵੀ ਨਾ ਨਹੀਂ ਕਰਦਾ। ਇੰਨੀ ਪਾਵਰ ਹੈ ਇਸ ਗੁਰੂ ਘਰ ਦੇ ਵਿੱਚ ਵੀ। ਮਹਾਰਾਜ ਸਾਹਿਬ ਦੀ ਅਥਾਹ ਬੇਅੰਤ ਕਿਰਪਾ ਹੈ। ਤੋ ਇਹ ਸੇਵਾ ਦਾ ਫਲ ਹੈ। ਮਹਾਰਾਜ ਕਹਿੰਦੇ ਸੇਵਾ ਉਹ ਕਰਦਾ ਜਿਹਦੇ ਪਾਸੋਂ ਤੋਂ ਆਪ ਕਰਵਾਉਂਦਾ ਹੈ। ਸੋ ਨਹੀਂ ਤਾਂ ਤੇਰੀ ਸੇਵਾ ਤੁਝ ਤੇ ਹੋਵੇ ਔਰ ਨਾ ਦੂਜਾ ਕਰਤਾ। ਸੋ ਜਿਹਨੂੰ ਤੂੰ ਕਰਾਉਂਦਾ ਉਹੀ ਕਰ ਸਕਦਾ ਹੈ। ਤਾਹਾਂ ਬੈਕੁੰਠ ਜਹ ਕੀਰਤਨ ਤੇਰਾ। ਇਹ ਮਹਾਰਾਜ ਜਿੱਥੇ ਤੇਰਾ ਕੀਰਤਨ ਹੁੰਦਾ ਹੈ ਉੱਥੇ ਹੀ ਸੱਚਖੰਡ ਬਣ ਜਾਂਦਾ ਹੈ। ਤੂੰ ਆਪੇ ਸਰਦਾ ਲਾਏ। ਤੂੰ ਆਪ ਹੀ ਜਗਿਆਸੂ ਅਧਿਕਾਰੀਆਂ ਦੇ ਹਿਰਦੇ ਅੰਦਰ ਸ਼ਰਧਾ ਲਾਉਣਾ ਕਰਦਾ ਹੈ। ਇਹ ਵਾਹਿਗੁਰੂ। ਸੋ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੇਵਾ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਕੀਤੀ। ਸ੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕੀਤੀ। ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕੀਤੀ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਾਬਤ ਮਾਤਾ ਸੁਲੱਖਣੀ ਜੀ ਨੇ ਸਾਹਿਬਾਂ ਨੂੰ ਸਿਫਾਰਿਸ਼ ਪਾਈ ਕਿ ਗੁਰੂ ਸਾਹਿਬ ਇਹ ਕਿਸੇ ਵੱਡੇ ਅਮੀਰ ਘਰ ਦਾ ਪੁਰਖ ਹੈ, ਤੁਸੀਂ ਇਹਦਾ ਸੋਹਣਾ ਪੋਸ਼ਾਕਾ ਚਿੱਕੜ ਦੀ ਪੰਡ ਚੁਕਾ ਕੇ ਖਰਾਬ ਕਰ ਦਿੱਤਾ, ਗੰਦਾ ਕਰ ਦਿੱਤਾ। ਚਿੱਕੜ 'ਚ ਛਾਲ ਮਰਵਾ ਕੇ ਅਤੇ ਤੁਸੀਂ ਪੋਸ਼ਾਕੇ ਨੂੰ ਗੰਦਾ ਕਰ ਦਿੱਤਾ। ਲੋਟੇ ਦਾ ਕੀ ਸੀਗਾ, ਜਾਂ ਚਿੱਕੜ ਦੀ ਪੰਡ ਆਪਾਂ ਕੀ ਕਰਨੀ ਸੀ। ਇਹ ਵਿਚਾਰਾ ਸ਼ਰਧਾਲੂ ਹੈ, ਤੁਸੀਂ ਇਹਦੇ ਬਸਤਰ ਗੰਦੇ ਕਰਦੇ ਹੋ। ਸਤਿਗੁਰੂ ਜੀ ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ। ਇਹ ਸੁਲੱਖਣੀ ਇਹਨੇ ਚਿੱਕੜ 'ਚੋਂ ਲੋਟਾ ਨਹੀਂ ਕੱਢਿਆ, ਸਭ ਦੁਨੀਆ ਨੂੰ ਵਿਸ਼ਿਆਂ ਵਿਕਾਰਾਂ ਦੇ ਚਿੱਕੜ ਵਿੱਚੋਂ ਕੱਢ ਲਿਆ ਹੈ। ਚਿੱਕੜ ਦੀ ਪੰਡ ਚੁਕਾ ਕੇ ਇਹਦੇ ਬਸਤਰ ਮੈਂ ਗੰਦੇ ਨਹੀਂ ਕੀਤੇ। ਇਹ ਕੇਸਰ ਅਤੇ ਚੰਦਨ ਛਿੜਕਿਆ ਹੋਇਆ ਹੈ। ਸੱਚਮੁੱਚ ਹੀ ਮਹਾਰਾਜ ਕਹਿੰਦੇ ਵੀ ਸੰਸਾਰ ਦੀ ਪੰਡ ਇਹਦੇ ਸਿਰ 'ਤੇ ਚੁਕਾਈ ਹੈ। ਵੇਖਿਆ ਪੰਡ ਚੁਕਾ ਕੇ ਕਿ ਝੱਲ ਸਕਦਾ ਹੈ, ਕਿਹੜਾ ਝੱਲੇ, ਗੁਰੂ ਦੀ ਝੱਲ ਹੈ। ਤੋ ਸੇਵਾ ਕਰਾ ਕੇ ਜੀਵਨ ਪਰਪਾ ਕੀਤਾ। ਕਹੋ ਨਾਨਕ ਅਜਰ ਜਿਨ ਜਰਿਆ ਤਿਸੀ ਹੀ ਕੋ ਬਨਿਆਵਤ। ਫਿਰ ਗੁਰੂ ਸਾਹਿਬ ਬਣਾਏ। ਸ੍ਰੀ ਗੁਰੂ ਅਮਰਦਾਸ ਜੀ ਨੂੰ ਜਲਾਈ ਨੇ ਪੁੱਠਾ ਨਾਮ ਲਿਆ, ਛੋਟਾ ਨਾਮ 3 ਅੱਖਰਾਂ ਵਾਲਾ। ਮਹਾਰਾਜ ਦਾ ਨਾਮ 5 ਅੱਖਰਾਂ ਵਾਲਾ ਹੈ। ਸ੍ਰੀ ਗੁਰੂ ਅਮਰਦਾਸ ਜੀ, ਉਹਨੇ 3 ਅੱਖਰ ਪਹਿਲੇ ਬੋਲੇ ਅਤੇ ਨਾਲ ਨਿਥਾਵਾਂ ਵਰਡ ਲਾਇਆ। ਗੁਰੂ ਸਾਹਿਬ ਕਹਿਣ ਲੱਗੇ ਕਮਲੀਏ, ਸਾਡੇ ਨਿਥਾਵਿਆਂ ਦੇ ਥਾਮ ਸ੍ਰੀ ਗੁਰੂ ਅੰਗਦ ਦੇਵ ਜੀ ਹਨ। ਉਸੇ ਵਕਤ ਉਹ ਕਮਲੀ ਹੋ ਗਈ। ਜਦ ਉਹ ਕਮਲੀ ਜਲਾਈ ਨੂੰ ਜਲਾਹਾ ਲੈ ਕੇ ਬਖਸ਼ਾਉਣ ਆਇਆ ਤਾਂ ਗੁਰੂ ਅੰਗਦ ਦੇਵ ਜੀ ਨੂੰ ਪਤਾ ਚੱਲਿਆ ਕਿ ਅੰਮ੍ਰਿਤ ਵੇਲੇ ਆਹ ਭਾਣਾ ਵਾਪਰਿਆ ਹੈ। ਮਹਾਰਾਜ ਕਹਿੰਦੇ ਘਰ ਛੱਡ ਦਿਓ, ਇੱਥੇ ਗੁਰਦੁਆਰਾ ਬਣੇਗਾ ਤਾਂ ਤੇਰੀ ਜਨਾਨੀ ਸਹੀ ਹੋਊਗੀ। ਜੇ ਇਸੇ ਘਰ 'ਚ ਰਹੋਗੇ ਫਿਰ ਇਹ ਕਮਲੀ ਰਹੇਗੀ। ਉਹਨਾਂ ਘਰ ਛੱਡ ਦਿੱਤਾ। ਉੱਥੇ ਗੁਰਦੁਆਰਾ ਖੱਡੀ ਸਾਹਿਬ ਹੈ। ਫਿਰ ਪ੍ਰਸੰਨ ਹੋ ਕੇ ਸ੍ਰੀ ਗੁਰੂ ਅਮਰਦਾਸ ਜੀ ਦੀ ਸੇਵਾ 'ਤੇ 12 ਸਾਲਾਂ ਬਾਅਦ ਬਖਸ਼ਿਸ਼ ਕੀਤੀ। ਵੇਖੋ ਗੁਰੂ ਸਾਹਿਬ ਬਣਾਇਆ ਅਤੇ ਕਿੰਨਾ ਲੰਗਰ ਅੱਜ ਤੱਕ ਉਸੇ ਤਰ੍ਹਾਂ ਚੱਲ ਰਿਹਾ। ਇਹ ਸਭ ਸੇਵਾ ਦੀਆਂ ਬਖਸ਼ਿਸ਼ਾਂ ਨੇ। ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਘਰੋਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਲਈ। ਜਿਹੜੇ ਸਰੀਕੇ ਵਾਲੇ ਸੀਗੇ ਉਹਨਾਂ ਆ ਕੇ ਬੋਲੀਆਂ ਮਾਰੀਆਂ ਕਿ ਤੂੰ ਕਿੱਥੇ ਆ ਕੇ ਆਪਦੀ ਇੱਜ਼ਤ ਵੀ ਨਹੀਂ ਵੇਖ ਰਿਹਾ, ਅਸੀਂ ਉੱਚੇ ਘਰਾਂ ਦੇ ਮਾਲਕ ਹਾਂ ਅਤੇ ਤੂੰ ਕਿੱਥੇ ਆਪਣੇ ਬਸਤਰ ਖਰਾਬ ਕਰ ਰਿਹਾ। ਧੰਨ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ ਜਿਹੜਾ ਮੈਨੂੰ ਸੁੱਖ, ਮੈਨੂੰ ਸ਼ਾਂਤੀ ਇਸ ਘਰ ਦੇ ਵਿੱਚ ਮਿਲਦੀ ਹੈ, ਤੁਸੀਂ ਕੀ ਜਾਣੋ। ਮਹਾਰਾਜ ਜੀ ਨੇ ਪੰਕਤੀਆਂ ਉਚਾਰੀਆਂ। ਜੋ ਹਮਰੀ ਮਿਦ ਹੋਤੀ ਮੇਰੇ ਸਤਿਗੁਰ,
साभिद तुम हर जानो आपे। हम रुलते फिरते कोई बात न भूषता। गुर सतगुर संग कीरे हम थापे। मुंडिया वांग ਆਪਾਂ ਵੀ ਨਸ਼ਿਆਂ ਪੱਤਿਆਂ 'ਚ ਰੁਲ ਜਾਣਾ ਸੀਗਾ, ਪੁੱਠੇ ਕੰਮਾਂ 'ਚ ਬਰਬਾਦ ਹੋ ਜਾਣਾ ਸੀ। ਪਰ ਗੁਰੂ ਸਾਹਿਬ ਦੀ ਕਿਰਪਾ ਹੋਈ, ਸੰਗਤ ਦੇ ਦਰਸ਼ਨ ਕਰਾਏ। ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਅਸੀਂ ਕੀੜੇ ਗੁਰੂ ਦੀ ਸੰਗਤ ਦੇ ਨਾਲ ਉੱਚੀ ਜਗ੍ਹਾ ਸਥਾਪਨ ਕੀਤੇ ਗਏ। ਧੰਨ ਧੰਨ ਗੁਰੂ ਨਾਨਕ ਜਨ ਕੇਰਾ। ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹਨ, ਧੰਨ ਹਨ, ਜਿਨ੍ਹਾਂ ਨਾਲ ਮਿਲਣ ਤੋਂ ਸਾਰੇ ਸੋਗ ਅਫਸੋਸ ਅਤੇ ਸੰਤਾਪ ਚੁੱਕ ਜਾਂਦੇ, ਦੂਰ ਹੋ ਜਾਂਦੇ ਨੇ। ਇਸ ਲਈ ਤਾਹਾਂ ਬੈਕੁੰਠ ਜੈ ਕੀਰਤਨ ਦੇਰਾ। ਮੁਕਤ ਭੁਗਤ ਜੁਗਤ ਤੇਰੀ ਸੇਵਾ। ਇਹ ਮਹਾਰਾਜ तेरी सेवा दे विच ही मुक्ति है। जिन्ने भी भोग पदार्थ भोजन आदि तेरी सेवा तो ही सानू प्राप्त हो रहे ने। ते तेरी सेवा दे विच ही सब कुछ है। जिहदे को कराउणा वही कर सकदा। जिथे तेरा कीर्तन हुंदा संगत च उत्थे सचखंड बन जाता है। तू आप ही सेवा दे विच, कीर्तन दे विच, कथा दे विच, सिमरन दे विच गुरसिख अधिकारियां जगियासुआं दी हिरदे अंदरों शरधा लाउणा करदा है, नहीं तो दिल ही नहीं लगता। ये तेरी कृपा है। संगत दे विच जिहड़ा दिल लगा होया है। सिमर 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 नाम जीवा। हे सिमरन योग परमेश्वर, तेरे नाम नो सिमर सिमर याद कर करके ही मैं जिਉਂਦਾ ਹਾਂ। तन मन होई निहला। जिस नाम करके मेरा तन शरीर ते मन हिरदा भी आनंद प्रसन्न हो गया है। चरण कमल तेरे तोय तोय पीवा। हे महाराज सच्चे पातशाह, ਜਿਹੜੇ तेरे चरण ਕਮਲਾਂ ਦੀ ਤਰ੍ਹਾਂ ਨਿਰਲੇਪ ਰੱਖਣ ਵਾਲੇ ਨੇ, ਉਹਨਾਂ ਨੂੰ ਮੈਂ ਧੋ ਧੋ ਕੇ ਪੀਣਾ ਕਰਾਂ। ਇਹ ਕਿਰਪਾ ਕਰ। ਮੇਰੇ ਸਤਿਗੁਰ ਦੀਨ ਦਿਆਲਾ। ਇਹ ਮੇਰੇ ਸਤਿਗੁਰੂ ਦੀਨ ਦਿਆਲ, ਦਿਆਲਤਾ ਕਰਨ ਵਾਲੇ ਵਾਹਿਗੁਰੂ, ਮੈਂ ਤੇਰੇ ਚਰਨ ਕਮਲ ਧੋ ਧੋ ਕੇ ਪੀਵਾਂ। ਕਮਲਾਂ ਮਧ ਨਿਰਲੇਪ ਚਰਨਾਂ ਨੂੰ ਵੈਰਾਗ ਪ੍ਰੇਮ ਰੂਪੀ ਜਲ ਨਾਲ ਅੰਤःਕਰਨ ਵਿੱਚ ਧਿਆਨ ਕਰਨ ਰੂਪੀ ਧੋ ਧੋ ਕੇ ਪੀਣਾ ਕਰਾਂ। कुर्बान जाई उस वेला सुहावी। हे महाराज, मैं उसी सोहनी घड़ी शोभनी घड़ी दे समय तो बलिहार कुर्बान जाता हाँ। जेता तुमरा द्वार आया। जिस समय मैं तेरे सत्संगत रूप दरवाजे में आ पिया हाँ। नानक कहो प्रभ भय किरपाला। सतगुरु महाराज उचारदे ने कि हे परमेश्वर, जिस वेले मेरे ताई तुसी दयावान होए, सतगुर पूरा पाया। तदों ही मैं पूरा सतगुरु पाउना कीता है। एक भाई आकल होया है। भाई आकल ਤੇ ਇਹ ਤੁਕਲਾਣੀ ਪਿੰਡ ਦਾ ਰਹਿਣ ਵਾਲਾ ਸੀਗਾ। ਪੰਜਵੇਂ ਪਾਤਸ਼ਾਹ ਤੋਂ ਇਹਨੇ ਗੁਰਸਿੱਖੀ ਧਾਰੀ। ਹਰ 6 ਮਹੀਨੇ ਬਾਅਦ ਦਰਬਾਰ ਸਾਹਿਬ ਅੰਮ੍ਰਿਤਸਰ ਜਾਇਆ ਕਰਦਾ, ਗੁਰੂ ਸਾਹਿਬ ਦੇ ਦਰਸ਼ਨ ਕਰਦਾ, ਦਸਵੰਧ ਭੇਟਾ ਕਰਦਾ, ਲੰਗਰ ਵਿੱਚ ਸੇਵਾ ਕਰਦਾ। ਇੱਕ ਇਹਦੀ ਛੋਟੀ ਲੜਕੀ ਸੀ, ਉਹ ਵੀ ਇਹਦੇ ਨਾਲ ਜਾਂਦੀ ਹੁੰਦੀ। ਗੁਰੂ ਸਾਹਿਬ ਜੋਤੀ ਜੋਤ ਸਮਾ ਗਏ। 6ਵੇਂ ਪਾਤਸ਼ਾਹ ਦਾ ਵੇਲਾ ਆਇਆ। ਇਹਦੀ ਲੜਕੀ 7 ਸਾਲਾਂ ਦੀ ਹੋਈ। ਬ੍ਰਾਹਮਣ ਰਿਸ਼ਤੇ ਕਰਦੇ ਸੀ, ਲਾਗੀਆਂ ਨੂੰ ਰਿਸ਼ਤਾ ਲੱਭਣ ਭੇਜਿਆ। ਮਿਸਤਰੀਆਂ ਦਾ ਪਰਿਵਾਰ ਸੀ। ਵੱਡੇ ਘਰ ਪਿੰਡ ਦੇ ਵਿੱਚ
तो भाई साधे का पुत्र भाई साधु वेखिया, सोहना घर लभ्या, ते आके जब सुख सुनेहा दिता रिश्ता तय हो गया। इनू बाद में याद आया, ब्रह्म नूं पुछण लगा कि मैनू चेता भुल गया, बाकी सारिया गल्लां दा मैं तैनूं दस दित्तियां भी माया तेला, घर बार सोहना, लड़का सुनखा होना चाहिए, पर सिੱਖੀ का ख्याल भुल गया भी वो सिख सन। कहता ये तो मैं विचारिया नहीं, पर वेखण तो इउं जापदा सीगा भी उन्हां पीर की कबर कुबर घर बनाई हुई सी, किसी पीर नूं मनदे होणगे जरूर, पक्का नहीं है। बड़ा बेचारा पछताया, पर रिश्ता तोड़ना बड़ा औखा सी। वो समय ही इस तरह के सन। बरात आई, वेख के पहचान लिया कि सखी सरवर के पुजारी ने। 2-3 दिन बरातां रहिंदियां हुंदियां सन, रोटी पानी खवाउंदे, सेवा करते रहे, फेरे होए, ते अमृत वेले इस वक्त ही बरात नूं डोली सह तोर दिता गया। भाई आकल ने अपनी पुत्री जिसका नाम सी बीबी सूरती, उन्होंने कुछ क मठियाई दे के ते रो के आख्या, हे पुत्री मेरे वसों बाहर है, मैनू ख्याल भुल गया, मैं सिक्खी नूं परखिया नहीं कि परिवार गुरसिक्खी वाला कि नहीं, लागी ने रिश्ता तय कर दिता, ये गलती मेरी भी है। बाकी हुण मैं तैनूं ये हदायत करदा कि आपां गुरु दे सिख हां, सस सहुरे का माँ प्यो तो वध सत्कार करना, पति नूं परमेश्वर जानना, पर जिथे धर्म की गल आवे किसी पीर फकीर की कबर से मत्था नहीं तो टेकना, ना प्रसाद चढ़ाना है। आपां गुरु घर नूं मनन पूजन वाले हाँ, बाकी तेरे कर्म गुरु साहब राखा। इस तरह कह के उन्होंने तोड़ दिता। कुड़ी बेचारी बड़ी रोई, बड़ियां महाराज के चरणों च अरदासां कीतियां, पर कुछ नहीं सी हो सकता। तो कलाणी पिंड तो डोली तुरी ते वड्डे घर जानी सीगी। रस्ते विच भाई की डोली नगर थानी लंघे, राह जांदियां कुदरती उस लड़की के कन्नां विच कीर्तन की आवाज़ पई। 6 बजे का टाइम होगा या 5:45 का ला लो, इन्ने के टाइम की आसा की वार संपूर्ण होंदी है। उन्हें सोचा कि यहो जिहा कीर्तन तो अमृतसर होंदा है गुरु साहब के चरणों में। कहारा आखिया, मेरी बेनती है इत्थे जापदा सत्संगत लगी हुई है, गुरु साहब आए हुए ने, कीर्तन की आवाज़ आ रही है, मैनूं मत्था टिका दिओ, मैं बड़ी दुखी हाँ। दुखी हिरदे नाल जद उन्होंने तरला मारिया, कुहार कहन लगे, बीबी भैणा साडी ड्यूटी है, असी सीधी तेरी डोली वड्डे घर पहुँचाउणी है, ये जिहड़ा रस्ता है इहदे तो सज्जे खब्बे नहीं जाना, नहीं तो सानू गुस्से होणगे तेरे परिवार वाले। कहंदे नहीं तुसीं मेरे वीर हो। उन्होंने गहने दे दिते, 4 बंदियां नूं ही थोड़ा थोड़ा गहना वंडता। वो लालच दे विच उधर नूं लै तुरे। बीबी सूरती नंगे पैरी डोली विच उतर के कुछ कदम चल के महाराज दे कोल पहुंचे। जिहड़ी मठियाई राह दे विच छकण लई इहदे पिओ ने दित्ती सी, खाण नूं कित्थे जी करदा, वो तो रोंदी आई। वो सारी दी सारी मठियाई महाराज के चरणों च भेटा रखी, आख्या सच्चे पातशाह कृपा करो। गुरु साहब ने वो मूँह वेखिया, बैठ गई। जब आसा की वार का भोग पिया, अरदास हुई, महाराज ने उन्होंने बुलाया, आख्या बीबी तेरे ब्याह वाले कपड़े तू किधरों आई है। कहन लगी जी आह गल मेरे नाल बनी है तो हुण कृपा करो। महाराज कहते तेरे कर्म ऐसे सीगे सो तेनों भोगने पैने सी, पर कोई बात नहीं, हुण चिंता ना कर, तू गुरु घर पहुँच गई है। श्री गुरु नानक देव तेरे ते कृपा करनगे। इन्ने चिर नूं भाई साधु जिहड़ा उहदा पति लभदा लभाउंदा उधर नूं आ तुरिया। गुस्से विच आया सी, पर महाराज दे दर्शन करके उहदा चित्त शांत हो गया।
ਮੱਥਾ ਟੇਕਣਾ ਤਾਂ ਨਹੀਂ ਸੀ ਚਾਹੁੰਦਾ, ਪਰ ਬਦੋ ਬਦੀ ਉਹਦਾ ਸਿਰ ਚੁੱਕਿਆ। ਮਹਾਰਾਜ ਨੇ ਉਹਨੂੰ ਲਾਹਣਤਾਂ ਪਾਈਆਂ ਵੀ ਮਾਰੀ ਜਾਓ, ਇਹਦੇ ਨਾਲੋਂ ਤਾਂ ਚੰਗਾ ਜਿਹੜੇ ਮੁਸਲਮਾਨ ਤੁਹਾਡੇ ਬੱਚਿਆਂ ਦੇ ਕਾਤਲ ਲੁਟੇਰੇ ਤੁਹਾਡੇ ਦੇਸ਼ ਨੂੰ ਲੁੱਟ ਲੁੱਟ ਕੇ ਖਾ ਰਹੇ, ਤੁਹਾਡੀ ਇੱਜ਼ਤ ਨੂੰ ਖਰਾਬ ਕਰ ਰਹੇ ਨੇ, ਉਹਨਾਂ ਮੁਸਲਮਾਨਾਂ ਦੇ ਤੁਸੀਂ ਨੱਕ ਰਗੜਦੇ ਹੋ। ਉਹ ਤਾਂ ਇੰਨਾ ਜ਼ੁਲਮ ਕਰ ਰਹੇ ਨੇ। ਫਿਰ ਕਿਸੇ ਪਰਮਾਤਮਾ ਨੂੰ ਛੱਡ ਕਿਸੇ ਬੰਦੇ ਅੱਗੇ ਹੱਥ ਜੋੜਨੇ, ਇਹ ਕਿੱਡੀ ਕੁ ਵੱਡੀ ਮਨੁੱਖਤਾ ਹੈ, ਕਿੰਨੀ ਕੁ ਵੱਡੀ ਵਡਿਆਈ ਹੈ। ਸੋ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਹੈ, ਸਤਿਗੁਰ ਸਾਹਿਬ ਛੱਡ ਕੇ ਮੰਗਦਿਆਂ ਨੂੰ ਮੰਗਣ ਜਾਈ। ਸੋ ਦਾਤਾ ਸਾਹਿਬ ਸਦਕੇ ਛੱਡ ਕੇ ਮੰਗਤਿਆਂ ਨੂੰ ਮੰਗਣ ਜਾਈ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਗੁਰੂ ਨਾਨਕ ਸਾਹਿਬ ਦੇ ਇੰਨੇ ਪਰਉਪਕਾਰ ਨੇ। ਇਹ ਗੁਰੂਆਂ ਪੀਰਾਂ ਦੀ ਧਰਤੀ ਹੈ। ਸੋ ਮਹਾਰਾਜ ਦਾ ਉਪਦੇਸ਼ ਆਪਾਂ ਨੂੰ ਲੈ ਕੇ ਅਤੇ ਪ੍ਰਮਾਤਮਾ ਨੂੰ ਮੰਨਣਾ ਚਾਹੀਦਾ ਹੈ, ਬੰਦਗੀ ਕਰਨੀ ਚਾਹੀਦੀ ਹੈ। ਮੁਸਲਮਾਨ ਕਦੀ ਵੀ ਮੁਸਲਮਾਨ ਦੀ ਕਬਰ 'ਤੇ ਮੱਥਾ ਨਹੀਂ ਟੇਕਦਾ, ਜਿੰਨੇ ਟੇਕਦੇ ਸਭ ਹਿੰਦੂ ਸਿੱਖ। ਮੇਰੀ ਇੱਕ ਨਾਲ ਵਿਚਾਰ ਹੋਈ ਜਦ ਮੈਨੂੰ ਪਤਾ ਲੱਗਾ ਵੀ ਮੁਸਲਮਾਨ ਕਬਰ ਨੂੰ ਨਹੀਂ ਮੰਨਦੇ। ਮਸੀਤ ਦੇ ਵਿੱਚ ਦੱਸੋ ਕੋਈ ਕਬਰ ਹੁੰਦੀ ਆ? ਆਲਾ ਜਿਹਾ ਹੁੰਦਾ, ਬਸ ਉੱਥੇ ਦੀਵਾ ਜਿਹਾ ਜਗਾਉਂਦੇ ਨੇ। ਜਦੋਂ ਨਮਾਜ਼ ਪੜ੍ਹਦੇ ਨੇ ਤਾਂ ਉਹ ਉੱਪਰ ਨੂੰ ਹੱਥ ਕਰਕੇ ਅੱਲਾ ਦਾ ਧਿਆਨ ਕਰਦੇ ਨੇ। ਮੈਨੂੰ ਪੁੱਛਿਆ, ਫਿਰ ਤੁਸੀਂ ਕਬਰ 'ਤੇ ਜਾਂਦੇ ਕਿਉਂ? ਮੇਲੇ ਤਾਂ ਲੱਗੇ ਹੀ ਰਹਿੰਦੇ ਨੇ। ਕਹਿੰਦੇ ਅਸੀਂ ਉਹਨੂੰ ਭਗਵਾਨ ਨਹੀਂ ਮੰਨਦੇ, ਉਸ ਨੂੰ ਅੱਲਾ ਨਹੀਂ ਮੰਨਦੇ, ਉਹਨੂੰ ਆਪ ਤੋਂ ਵੱਡਾ ਜਾਣ ਕੇ ਮੱਥਾ ਨਹੀਂ ਟੇਕਦੇ। ਉਹਦੀ ਕਬਰ 'ਤੇ ਅਸੀਂ ਤਾਂ ਮੇਲਾ ਲਾਉਣੇ ਆ ਵੀ ਉਹ ਇੱਕ ਜਿਹੜੀ ਆਤਮਾ ਹੈ ਉਹ ਨਿਰਜਿੰਦ ਜੀਵ ਤੋਂ ਰਹਿਤ, ਉਹਦੇ ਕੋਲ ਸਰੀਰ ਕੋਈ ਨਹੀਂ ਹੈ। ਉਹ ਆਤਮਾ ਮੁਰਦਾ ਹੋਈ ਕਬਰ ਦੇ ਵਿੱਚ ਪਈ ਹੈ ਅਤੇ ਨਿਰਯਤਨ ਕੋਈ ਆਪ ਦੀ ਮੁਕਤੀ ਲਈ ਉੱਦਮ ਨਹੀਂ ਕਰ ਸਕਦੀ, ਕਿਉਂਕਿ ਸਰੀਰ ਦੇ ਵਿੱਚ ਹੀ ਉੱਦਮ ਹੁੰਦਾ। ਅਤੇ ਅਸੀਂ ਉਹਦੇ ਭਲੇ ਵਾਸਤੇ ਉਹਦੀ ਕਬਰ 'ਤੇ ਜਾ ਕੇ ਅੱਲਾ ਕੀ ਅਰਦਾਸ ਕਰਦੇ ਹਾਂ ਵੀ ਮਹਾਰਾਜ ਇਹਨੂੰ ਕਬਰ 'ਚੋਂ ਕੱਢ ਅਤੇ ਇਹਦੀ ਮੁਕਤੀ ਕਰ। ਉਹ ਇਹ ਮੰਨਦੇ ਨੇ ਵੀ ਜਦ ਅਜ਼ਰਾਈਲ ਨਾਦ ਵਜਾਏਗਾ ਮੌਤ ਦਾ ਫਰਿਸ਼ਤਾ, ਅਤੇ ਉਦੋਂ ਸਾਰੀਆਂ ਮੁਰਦਾ ਰੂਹਾਂ ਮਾਂ ਪਰਲੋ ਦੇ ਵੀਰੇ ਉੱਠ ਕੇ ਖੜੀਆਂ ਹੋ ਜਾਣਗੀਆਂ ਅਤੇ ਮੁਹੰਮਦ ਸਾਹਿਬ ਉਹਨਾਂ ਦੀ ਸਿਫਾਰਿਸ਼ ਪਾਉਣਗੇ ਜਿਹੜੇ ਅਮਲ ਕਰਨਗੇ। ਫਿਰ ਉਹ ਬਹਿਸ਼ਤਾਂ ਦੇ ਵਿੱਚ ਵਾਸਾ ਹੋਏਗਾ। ਉਹ ਕਬਰ ਵਾਲੇ ਪੀਰ ਨੂੰ ਰੱਬ ਨਹੀਂ ਮੰਨਦੇ। ਸਾਡੀ ਮੂਰਖਤਾ ਹੈ ਵੀ ਅਸੀਂ ਉਹਨੂੰ ਰੱਬ ਮੰਨ ਕੇ ਮੱਥਾ ਟੇਕਦੇ ਹਾਂ। ਆਹ ਸ਼ੇਖ ਪਤਾ ਸਾਡੇ ਲੋਕਾਂ ਨੇ ਸਿਰ 'ਤੇ ਚਾੜਿਆ, ਤੁਹਾਨੂੰ ਤਾਂ ਭਾਵੇਂ ਨਾ ਪਤਾ ਹੋਵੇ। ਸਾਡੇ ਤਰਨ ਤਾਰਨ ਇਲਾਕੇ 'ਚ ਇੰਨੀ ਦੁਨੀਆ ਕਮਲੀ ਹੋਈ, ਕਿਸੇ ਦੀ ਮੱਝ ਸੂਏ ਗਾਂ ਸੂਏ, ਨਿਆਣੇ ਭਾਵੇਂ ਵਿਚਾਰੇ ਮੂੰਹ ਵੱਲ ਵੇਖਣ, ਉਹਨਾਂ ਖੀਰ ਦਾ ਡੋਲੂ ਭਰ ਕੇ ਉਹ ਸ਼ੇਖ ਫਤਿਹ 'ਤੇ ਜ਼ਰੂਰ ਜਾ ਕੇ ਚੜਾਉਣਾ ਹੈ। ਆਹ ਭਰਾਵਾਂ ਦਾ ਢਾਬਾ ਅੰਮ੍ਰਿਤਸਰ ਸਾਹਿਬ ਹੈ, ਸੰਤੋਖ ਸਰ ਦੇ ਕੋਲ। ਆਹ ਗਲਿਆਰੇ ਸਕੀਮ 'ਚ ਹੁਣ ਉੱਥੇ ਆ ਗਿਆ। ਇੱਕ ਵਾਰ ਕਿਸੇ ਸੇਵਾਦਾਰ ਨੇ ਮੇਰੇ ਨਾਲ ਵਚਨ ਸਾਂਝਾ ਕੀਤਾ, ਕਹਿੰਦਾ ਅਸੀਂ ਫਿਰਦੇ ਫਿਰਾਉਂਦੇ ਸੈਰ ਕਰਦੇ ਰਾਤ ਦੇ 10 ਵਜੇ ਤੋਂ ਭਰਾਵਾਂ ਦੇ ਢਾਬੇ 'ਤੇ ਚਲੇ ਗਏ। ਰੋਟੀ ਰਾਟੀ ਖਾ ਕੇ ਚੰਗੀ, ਆਖਿਆ ਵੀ ਲਿਆਓ ਡਿਸ਼ ਲਿਆਓ, ਸਵੀਟ ਡਿਸ਼, ਮਿੱਠਾ ਮੂੰਹ ਕਰਾਓ। ਉਹਨਾਂ ਖੀਰ ਦਿੱਤੀ ਇੰਨੀ ਕਮਾਲ ਦੀ। ਆਪਾਂ ਆਖਿਆ ਵੀ ਦੁੱਧ ਕਿਹੜੇ ਦੁੱਧੀ ਤੋਂ ਲਿਆ ਤੁਸੀਂ? ਕਾਰੀਗਰ ਸਾਨੂੰ ਦਿਖਾਓ ਜਿਹਨੇ ਖੀਰ ਬਣਾਈ। ਕਹਿੰਦੇ ਬਾਬਾ ਜੀ ਬੁਰਾ ਨਾ ਬਣਾਇਓ, ਇਹ ਤਾਂ ਆਪਾਂ ਸ਼ੇਖ ਫਤਿਹ ਠੇਕਾ ਲਿਆ ਹੋਇਆ ਖੀਰ ਦਾ। ਅੱਬਲ ਤਾਂ ਕੁੱਤੇ ਬਿੱਲੇ ਉੱਥੇ ਖਾ ਜਾਂਦੇ ਨੇ, ਜਿਹੜੀ ਕੁੱਤਿਆਂ ਬਿੱਲਿਆਂ ਤੋਂ ਬਚੇ ਉੱਥੇ ਡਰਮ ਲਾਏ ਹੋਏ ਨੇ, ਉਹ ਚੌਕੇ ਠੇਕੇਦਾਰ ਹੋਟਲਾਂ 'ਤੇ ਜਾ ਕੇ ਵੇਚਦੇ। ਦੱਸੋ ਕੀ ਫਾਇਦਾ ਲੋਕਾਂ ਦਾ? ਇਹਦੇ ਨੂੰ ਬੰਦਾ ਕਿਸੇ ਮੂੰਹ 'ਚ ਪਾਏ। ਉਹ ਸ਼ੇਖ ਫਤਿਹ ਮੈਂ ਸੁਣਿਆ ਵੀ ਉਹਦੀ ਮਹਾਰਾਜ ਦੀ ਸ਼ਹੀਦੀ ਦੇ ਵਿੱਚ ਬਹੁਤ ਈਰਖਾ ਭਰੀ ਬਿਆਨਬਾਜ਼ੀ ਸੀਗੀ। ਉਹਨੇ ਸਾਰਾ ਜ਼ੋਰ ਲਾ ਕੇ ਮਹਾਰਾਜ ਨੂੰ ਸ਼ਹੀਦ ਕਰਾਇਆ। ਜਿਹੜੇ ਸ਼ਹੀਦੀ ਦੇ ਕਾਰਨ ਉਹ 'ਚ ਸ਼ੇਖ ਫਤਿਹ ਵੀ ਮੌਜੂਦ ਸੀਗਾ। ਮਹਾਰਾਜ ਦੀਆਂ ਬਹੁਤ ਸ਼ਿਕਾਇਤਾਂ ਜਹਾਂਗੀਰ ਦੇ ਕੋਲ ਇਹਨਾਂ ਲੋਕਾਂ ਲਾਈਆਂ, ਝੂਠੀਆਂ ਹੀ, ਵੀ ਇਹਨਾਂ ਨੇ ਚੋਰ ਅਤੇ ਡਾਕੂ ਪਾਲੇ ਹੋਏ ਨੇ। ਬੜਾ ਇੰਨਾ ਵੱਧ ਘੱਟ ਬੋਲਿਆ।
ਗੁਰਸਿੱਖਾਂ ਬਾਰੇ। ਤੋ ਇੰਜ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਦੋਂ ਇਹੋ ਜਿਹੇ ਬਚਨ ਛੱਡੇ, ਭਾਈ ਸਾਧੂ 'ਤੇ ਉਂਝ ਹੀ ਕਿਰਪਾ ਹੋ ਗਈ ਸੀ, ਦਰਸ਼ਨਾਂ ਨਾਲ ਹੀ ਉਹਦਾ ਮਨ ਸਾਫ਼ ਹੋ ਗਿਆ। ਉਹ ਨਾਕੀ ਰਗੜੀ ਜਾਏ, ਮਹਾਰਾਜ ਮੈਨੂੰ ਮਾफ़ ਕਰੋ। ਮਰ ਕਹਿੰਦੇ ਵੀ ਇਹ ਤੇਰੀ ਜਿਹੜੀ ਘਰ ਵਾਲੀ ਬਣੀ ਹੈ ਗੁਰਸਿੱਖ ਘਰਾਣੇ ਦੀ ਹੈ, ਗੁਰੂ ਸਾਹਿਬ ਨੂੰ ਮੰਨਣ ਵਾਲੀ ਹੈ, ਤੂੰ ਇਹਨੂੰ ਕੁਛ ਨਹੀਂ ਕਹਿਣਾ। ਕਹਿੰਦਾ ਜੀ ਹੁਣ ਮੈਂ ਵੀ ਨਹੀਂ ਮੰਨਾਂਗਾ, ਮੈਂ ਜਾ ਕੇ ਹੁਣੇ ਪੀਰ ਦੀ ਕਬਰ ਢਾਹ ਦੇਵਾਂਗਾ, ਆਪ ਮੈਨੂੰ ਸਿੱਖੀ ਨਾਮਦਾਨ ਬਖਸ਼ੋ। ਮਹਾਰਾਜ ਦੀ ਚਰਨ ਕੋਲ ਉਹਨੇ ਲਈ, ਗੁਰਸਿੱਖੀ ਪ੍ਰਾਪਤ ਕੀਤੀ। ਸਾਹਿਬਾਂ ਨੇ ਵਰ ਦਿੱਤਾ, ਕਹਿੰਦੇ ਬੀਬੀ ਤੂੰ ਆਪਦੇ ਬਾਰੇ ਦੁੱਖ ਕੱਟਣ ਆਈ ਸੀ, ਤੇਰਾ ਪਤੀ ਵੀ ਸਿੱਖ ਹੋਇਆ, ਗਾਂ ਤੇਰੇ ਘਰ ਲੜਕਾ ਹੋਏਗਾ, ਉਹ ਤੁਹਾਡੇ ਨਾਲੋਂ ਵੱਧ ਗੁਰਸਿੱਖੀ ਪਿਆਰ ਵਾਲਾ ਹੋਏਗਾ, ਉਹਦਾ ਨਾਮ ਰੱਖਣਾ ਭਾਈ ਰੂਪ ਚੰਦ। ਸੋ ਜਿਨ੍ਹਾਂ ਨੇ ਭਾਈ ਸਾਧੂ ਅਤੇ ਭਾਈ ਰੂਪੇ ਨੇ ਮਾਲਵੇ ਦੇ ਵਿੱਚ ਗੁਰੂ ਮਹਾਰਾਜ ਨੂੰ ਸੰਘਣੇ ਜੰਗਲਾਂ ਦੇ ਵਿੱਚ 60 ਮੀਲ ਦੀ ਦੂਰੀ 'ਤੇ 100 ਕਿਲੋਮੀਟਰ ਦੀ ਦੂਰੀ ਤੋਂ ਬੁਲਾ ਕੇ ਅਤੇ ਠੰਡਾ ਜਲ ਛਕਾ ਕੇ ਮਹਾਰਾਜ ਦੀ ਖੁਸ਼ੀ ਪ੍ਰਾਪਤ ਕੀਤੀ। ਫਿਰ ਮਹਾਰਾਜ ਨੇ ਖੁਸ਼ ਹੋ ਕੇ ਉਹਨਾਂ ਨੂੰ ਲੰਗਰ ਚਲਾਉਣ ਦੀ ਦਾਤ ਦਿੱਤੀ, ਸਰੂਪਾ ਦਿੱਤਾ ਅਤੇ ਮੋਢੀ ਕੱਢੀ ਕਿ ਆਪ ਦਾ ਨਗਰ ਵਸਾਓ। ਭਾਈ ਰੂਪਾ ਜਿਹੜਾ ਨਗਰ ਹੈ ਅੱਜ ਤੱਕ ਭਾਈ ਰੂਪ ਚੰਦ ਦੇ ਨਾਮ ਨਾਲ ਪ੍ਰਸਿੱਧ, ਜਿੱਥੇ ਮਹਾਰਾਜ ਨੂੰ ਜਲ ਛਕਾਇਆ ਉੱਥੇ ਵੀ ਗੁਰਦੁਆਰਾ ਸਾਹਿਬ ਹੈ। ਇਹਨਾਂ ਦੀ ਕੁਲ ਦੇ ਵਿੱਚ ਅਜੇ ਵੀ ਲੰਗਰ ਚੱਲ ਰਿਹਾ ਹੈ। ਤੋ ਇਹ ਮਹਾਰਾਜ ਸੱਚੇ ਪਾਤਸ਼ਾਹ ਕੁਰਬਾਨ ਜਾਈ ਉਸ ਵੇਲਾ ਸੁਹਾਵੀ ਜੇ ਤੁਮਰੇ ਦੁਆਰੇ ਆਇਆ। ਉਸ ਵੇਲੇ ਤੋਂ ਉਸ ਘੜੀ ਤੋਂ ਮੈਂ ਕੁਰਬਾਨ ਜਾਂਦਾ ਜਿਸ ਵੇਲੇ ਮੈਂ ਤੇਰੇ ਦਰਵਾਜ਼ੇ 'ਤੇ ਆ ਕੇ ਲੰਮੇ ਪਿਆ। ਸੋ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ, ਇਹਦੇ ਨਾਲ ਹੀ ਮੈਂ ਬਖਸ਼ਿਆ ਗਿਆ। ਨਾਨਕ ਕੋ ਪ੍ਰਭ ਭਏ ਕਿਰਪਾਲਾ, ਸਤਿਗੁਰ ਪੂਰਾ ਪਾਇਆ। ਤੁਸੀਂ ਮੇਰੇ 'ਤੇ ਕਿਰਪਾਲੂ ਹੋਏ ਹੋ, ਦਇਆਵਾਨ ਹੋਏ ਹੋ, ਤਦੋਂ ਹੀ ਮੈਂ ਪੂਰਾ ਸਤਿਗੁਰੂ ਤੁਹਾਨੂੰ ਪਾਉਣਾ ਕੀਤਾ ਹੈ। ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ। ਵੇਖੋ ਬੀਬੀ ਸੂਰਤੀ ਦਾ ਮਹਾਰਾਜ ਨੇ ਜੀਵਨ ਪਲਟਾਤਾ ਇੱਕ ਕੇਵਲ 5 ਮਿੰਟ ਮੱਥਾ ਟੇਕਣ ਦੇ ਨਾਲ। ਅੰਮ੍ਰਿਤ ਵੇਲੇ ਬੜਾ ਵੱਡਾ ਗੁਣ ਹੁੰਦਾ ਹੈ। ਮਹਾਰਾਜ ਬੜੇ ਦਿਆਲੂ ਸੀਗੇ ਉਂਝ ਹੀ, ਅਤੇ ਅੰਮ੍ਰਿਤ ਵੇਲੇ ਉਹ ਹੀ ਬੰਦੇ ਦਾ ਮਨ ਨਰਮ ਹੁੰਦਾ। ਜਦ ਉਹਨੇ ਦਰਸ਼ਨ ਕਰਕੇ ਦੁੱਖ ਸੁਣਾਇਆ, ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ, ਉਸੇ ਵਕਤ ਮਹਾਰਾਜ ਨੇ ਉਹਦੀ ਜ਼ਿੰਦਗੀ ਪਲਟਾਤੀ, ਨਵਾਂ ਜਨਮ ਹੋਇਆ। ਕਿੱਥੇ ਉਹਨੇ ਸਾਰੀ ਉਮਰ ਰੋਂਦਿਆਂ ਕੱਟਣੀ ਸੀ, ਭਾਵੇਂ ਫਾਹ ਲੈ ਕੇ ਮਰਨਾ ਪੈਂਦਾ, ਭਾਵੇਂ ਸਹੁਰੇ ਮਾਰ ਦਿੰਦੇ, 100 ਮੁਸ਼ਕਿਲਾਂ 'ਚ ਲੰਘਣਾ ਪੈਣਾ ਸੀ। ਅਤੇ ਸਾਹਿਬਾਂ ਦੇ ਇੱਕ ਦਰਸ਼ਨ ਹੀ ਕੀਤੇ, ਅਰਦਾਸ ਕੀਤੀ ਅਤੇ ਗੁਰੂ ਸਾਹਿਬ ਨੇ ਵੇਖੋ ਉਹਦੀ ਜ਼ਿੰਦਗੀ ਪਲਟਾਤੀ। ਐਸੇ ਮਹਾਰਾਜ ਨੇ ਇਸੇ ਲਈ ਬੇਨਤੀ ਕਰੀ ਦੀ ਹੈ ਕਿ ਦਰਸ਼ਨ ਕਰਨੇ ਲਾਜ਼ਮੀ ਨੇ। ਸੋ ਕਹੋ ਟਲ ਗੁਰ ਸੇਵੀ ਹੈ, ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸੋਹੀ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਪੰਜਵੇਂ ਬਾਦਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ, ਤੁਧ ਚਿਤ ਆਏ ਮਹਾ ਆਨੰਦਾ। ਇਹ ਵਾਹਿਗੁਰੂ ਤੇਰੇ ਯਾਦ ਆਇਆ ਬਹੁਤ ਆਨੰਦ ਸੁਖ ਪ੍ਰਾਪਤ ਹੁੰਦਾ ਹੈ। ਜਿੰਨਾ ਆਨੰਦ ਕਥਾ ਕੀਰਤਨ ਦਾ ਗਾਉਣ ਵਜਾਉਣ ਵਾਲਿਆਂ ਨੂੰ ਮਿਲਦਾ ਹੈ, ਉਹਨਾਂ ਸਵਰਗ ਦੇ ਦੇਵਤਿਆਂ ਨੂੰ ਵੀ ਨਹੀਂ ਹੈ। ਕਹਿੰਦੇ ਨੇ ਵੀ ਗੁਰੂ ਸਾਹਿਬ ਦੀ ਬਾਣੀ ਦੇ ਕੀਰਤਨ ਦਾ ਆਨੰਦ ਬ੍ਰਹਮਾ ਦੇ ਨਾਲੋਂ ਵੀ, ਦੇਵਤਿਆਂ ਦੇ ਗੰਧਰਵਾਂ ਦੇ ਨਾਲੋਂ ਵੀ ਜ਼ਿਆਦਾ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗੀ ਭਾਈ ਸ਼ਾਮ ਸਿੰਘ ਜੀ ਅੰਮ੍ਰਿਤਸਰ ਸਾਹਿਬ, ਉਹਨਾਂ ਦੀ ਧਰਮਸ਼ਾਲਾ, ਉਹਨਾਂ 25-26 ਸਾਲ ਨਿਸ਼ਕਾਮ ਆਸਾ ਦੀ ਵਾਰ ਦਾ ਕੀਰਤਨ ਕੀਤਾ ਹਰਿਮੰਦਰ ਸਾਹਿਬ ਦਰਬਾਰ 'ਚ, ਡੇਲੀ ਬੇਨਾਗਾ ਬਿਨਾਂ ਤਨਖਾਹ ਤੋਂ। ਅੱਜ ਵੀ ਉਹਨਾਂ ਦੇ ਨਾਮ 'ਤੇ ਪ੍ਰਸ਼ਾਦ ਦੀਆਂ ਅਰਦਾਸਾਂ ਹੁੰਦੀਆਂ ਨੇ। ਅੰਮ੍ਰਿਤ ਵੇਲੇ 2:30 ਵਜੇ ਧਰਮਸ਼ਾਲਾ 'ਚੋਂ 2 ਬਾਲਟੀਆਂ ਸੰਗਤ ਲਈ ਕੜਾਹ ਪ੍ਰਸ਼ਾਦ ਭੇਟਾ ਹੁੰਦਾ ਹੈ ਅਤੇ ਉਹਨਾਂ ਦੇ ਨਾਮ 'ਤੇ ਅਰਦਾਸ ਹੁੰਦੀ ਹੈ। ਅਤੇ ਇਸ ਵਾਸਤੇ ਆਨੰਦ ਦੀ ਖੇਡ ਹੈ।
ਜਿਸ ਵਿਸਰੈ ਸੋ ਮਰ ਜਾਏ। ਜੇ ਚੇਤਾਵੇਂ ਤਾਂ ਆਨੰਦ ਬਹੁਤਾ ਹੈ, ਪਰ ਜਿਸ ਪੁਰਸ਼ ਨੂੰ ਤੂੰ ਭੁੱਲ ਜਾਂਦਾ ਉਹ ਮਰ ਕੇ ਜੂਨਾਂ 'ਚ ਹੀ ਜਾਂਦਾ ਹੈ। ਦਿਆਲ ਹੋਵੈ ਜਿਸ ਉਪਰ ਕਰਤੇ। ਇਹ ਕਰਤੇ ਰਚਨਹਾਰ ਪਰਮਾਤਮਾ ਜਿਸ ਤੇ ਤੂੰ ਦਇਆਵਾਨ ਹੋ ਜਾਂਦਾ ਹੈ। ਸੋ ਤੁਧ ਸਦਾ ਧਿਆਏ। ਉਹੀ ਮਨੁੱਖ ਤੈਨੂੰ ਹਮੇਸ਼ਾ ਧਿਆਉਂਦਾ ਯਾਦ ਕਰਦਾ ਹੈ। ਮੇਰੇ ਸਾਹਿਬਾ ਇਹ ਮੇਰੇ ਮਾਲਕ ਪਰਮਾਤਮਾ ਤੂੰ ਮਹਿਮਾਨ ਨਿਮਾਣੀ। ਮੇਰੀ ਮਾਣ ਤੋਂ ਹੀਣੀ ਜਿੰਦ ਦਾ ਤੂੰ ਹੀ ਮਾਣ ਹੈ, ਤੂੰ ਹੀ ਗਿਆਨ ਦਾ ਮਾਣ ਦੇਣ ਵਾਲਾ ਹੈ। ਅਰਦਾਸ ਕਰੀ ਪ੍ਰਭ ਆਪਣਾ ਆਗੈ। ਇਹ ਪਰਮੇਸ਼ਰ ਤੈਨੂੰ ਆਪਣਾ ਜਾਣ ਕੇ ਤੇਰੇ ਅੱਗੇ ਮੈਂ ਅਰਦਾਸ ਬੇਨਤੀ ਕਰਦਾ ਹਾਂ। ਅਰਦਾਸ ਬੇਨਤੀ ਮਹਾਰਾਜ ਦੇ ਅੱਗੇ ਹੀ ਕਰਨੀ ਬਣਦੀ ਹੈ। ਦੁੱਖ ਤਿਸੈ ਪੈ ਆਖੀਐ ਸੁਖ ਜਿਸੈ ਹੀ ਪਾਸ। ਵਿਣ ਬੋਲਿਆ ਸਭ ਕੁਛ ਜਾਣਦਾ। ਜਿਹੜਾ ਬਿਨਾਂ ਬੋਲਿਆਂ ਤੋਂ ਹੀ ਸਭ ਕੁਛ ਜਾਣਦਾ ਹੈ। ਕਿਸੇ ਆਗਿਆ ਕੀਚੇ ਅਰਦਾਸ। ਉਹਨੂੰ ਛੱਡ ਕੇ ਹੋਰ ਕਿਹਦੇ ਅੱਗੇ ਤੁਸੀਂ ਹੱਥ ਅੱਡਦੇ ਫਿਰਦੇ ਬਾਈ? ਦੱਸੋ ਕਿਹਦੇ ਅੱਗੇ ਅਰਦਾਸਾਂ ਕਰਦੇ ਹੋ? ਆਪਦੇ ਸਤਿਗੁਰੂ ਮਹਾਰਾਜ ਅੱਗੇ ਅਰਦਾਸ ਕਰੀਏ। ਇਨਸਾਨ ਲਾਲਚ ਵਸ ਕਿਸੇ ਵੀ ਲਾਲਚ ਵਿੱਚ ਆ ਕੇ ਵੱਡੇ ਬੰਦਿਆਂ ਅੱਗੇ ਤਾਂ ਹੱਥ ਜੋੜਦਾ ਹੈ ਕਿ ਤੁਸੀਂ ਮੇਰੇ ਮਾਈ ਬਾਪ ਹੋ, ਜੋ ਮੈਨੂੰ ਆਗਿਆ ਕਰੋਗੇ ਮੈਂ ਉਸੇ ਤਰ੍ਹਾਂ ਕਰਾਂਗਾ। ਅਤੇ ਪਰ ਸਾਹਿਬਾਂ ਦੇ ਚਰਨਾਂ ਵਿੱਚ ਅਰਦਾਸ ਨਹੀਂ ਆਪਾਂ ਕਰਦੇ। ਜੱਜਾਂ ਦੀਆਂ ਕਚਹਿਰੀਆਂ ਦੇ ਵਿੱਚ ਸਰਕਾਰੀ ਦਰਬਾਰੇ ਸੋ ਜਿਹੜੇ ਵੱਡੇ ਵੱਡੇ ਆਫਿਸ ਨੇ ਉਹਨਾਂ 'ਚ ਲਿਖ ਕੇ ਲਾਇਆ ਹੁੰਦਾ ਵੀ ਮੋਬਾਇਲ ਦੀ ਵਰਤੋਂ ਮਨ੍ਹਾ ਹੈ। ਪਰ ਅਸੀਂ ਇੱਥੇ ਲੰਗਰ ਦੇ ਵਿੱਚ ਵੀ ਬੰਦਾ ਰੋਟੀ ਤਾਂ ਚੱਜ ਨਾ ਖਾਏ। ਜੇ ਕੋਈ ਪੁੱਛਣ ਵਾਲਾ ਹੋਏ ਵੀ ਮੂਰਖਾ ਜਿਉਂ ਸਵੇਰ ਤੋਂ ਤਕਾਲਾਂ ਤੱਕ ਤੂੰ ਭੱਜਿਆ ਫਿਰਦਾ ਰਹਿੰਦਾ, ਜੇ ਰੋਟੀ ਰੱਬ ਨੇ ਦਿੱਤੀ ਹੈ ਤਾਂ ਉਹਨੂੰ ਚੱਜ ਨਾ ਖਾ। ਉਹ ਇੱਕ ਹੱਥ ਕੰਨ ਨਾਲ ਲਾਇਆ ਹੋਊਗਾ, ਹਾਂਜੀ ਹੈਲੋ ਜੀ, ਆ ਜੀ, ਆਓ ਜੀ, ਐਂ ਜੀ, ਆਓ ਜੀ। ਲਾਂਗਰੀ ਵਿਚਾਰਾ ਮੂੰਹ ਵੱਲ ਵੇਂਦਾ ਹੋਊਗਾ ਵੀ ਪਾਣੀ ਲੈਣਾਗੇ, ਉਹ ਦੂਜਿਆਂ ਨੂੰ ਵੀ ਵਰਤਾਉਣਾ ਹੈ। ਉਹੀ ਹੱਥ ਮੋਬਾਇਲ ਨੂੰ, ਉਹੀ ਬੁਰਕੀ ਮੂੰਹ 'ਚ, ਅਤੇ ਪਸ਼ੂਆਂ ਵਾਲਾ ਤਰੀਕਾ, ਕੁੱਤਿਆਂ ਬਿੱਲਿਆਂ ਵਾਲਾ ਇੱਧਰ ਉੱਧਰ ਵੇਖੀ ਜਾਣਾ। ਚਾਰ ਬੰਦਾ ਆਇਆ ਮੱਥਾ ਟੇਕਣ, ਮਾਫ ਕਰਨਾ ਵੀ ਜਾਂ ਤਾਂ ਨੀਂਦ ਹੀ ਨਾ ਛੱਡੇ, ਘਰਦਿਆਂ ਦਾ ਹੀ ਕੁਝ ਸਵਾਰੇ ਕੋਈ ਕੰਮ ਗੁਰੀ ਕਰੇ। ਗੁਰੂ ਘਰ ਵੀ ਆਇਆ ਅਤੇ ਮੋਬਾਇਲ ਕੰਨ ਨੂੰ। ਅਤੇ ਇਹ ਗੱਲ ਵੱਖਰੀ ਹੈ ਵੀ ਕਈ ਵਾਰ ਸਾਨੂੰ ਵੀ ਚੇਤਾ ਭੁੱਲ ਜਾਂਦਾ ਉਹ ਬੈੱਲ ਬੰਦ ਕਰਨ ਦਾ। ਬੈੱਲ ਖੜਕਦਾ ਪੈਂਦੀ ਆ, ਅਣਜਾਣੇ ਦੇ ਵਿੱਚ ਇਹ ਗਲਤੀ ਹੈ, ਨਹੀਂ ਹੋਣੀ ਚਾਹੀਦੀ, ਪਰ ਹੋ ਜਾਂਦੀ ਹੈ। ਇਹ ਕੋਈ ਵੱਡਾ ਗੁਨਾਹ ਨਹੀਂ ਹੈ, ਪਰ ਉਹਨੂੰ ਮੁੜ ਕੇ ਕੰਨ ਨਾਲ ਲਾ ਕੇ ਕਈ ਮਹਾਰਾਜ ਦੀ ਹਜ਼ੂਰੀ 'ਚ ਹੀ ਫੜ ਕੇ ਫੋਟੋ ਵੇਖੀ ਜਾਣਗੇ, ਉਹੀ ਇਸ਼ਾਰੇ ਕਰੀ ਜਾਣਗੇ। ਤਾਂ ਇਸ ਵਾਸਤੇ ਇਹ ਬਿਲਕੁਲ ਵਿਵਰਜਿਤ ਹੈ। ਸਰਕਾਰੀ ਅਫਸਰਾਂ ਤੋਂ ਡਰਦਿਆਂ ਤਾਂ ਆਪਾਂ ਥਰ ਥਰ ਕੰਬਦੇ ਹਾਂ। ਅੰਬੈਸੀ ਵਾਲੇ ਤਾਂ ਸਭ ਕੁਛ ਹੀ ਲਿਫਾਫੇ 'ਚ ਪਾ ਕੇ ਜਮ੍ਹਾਂ ਕਰਾ ਲੈਂਦੇ ਨੇ। ਫੋਨ ਸੁਣਨਾ ਤਾਂ ਦੂਰ ਦੀ ਗੱਲ, ਨਾਲ ਹੀ ਨਹੀਂ ਬੰਦਾ ਲਿਜਾ ਸਕਦਾ। ਕਿੱਡੀ ਹੈਰਾਨੀ ਦੀ ਗੱਲ, ਉਹ ਬੈਗ 'ਚ ਹੀ ਰੱਖ ਦਿੰਦੇ। ਮੈਂ ਜੇਲ੍ਹ 'ਚ ਜਾਂਦਾ ਹੁੰਦਾ, ਹਾਂਗਕਾਂਗ ਦੀ ਗੱਲ। ਉਹ ਮੁਸਲਮਾਨਾਂ ਦੇ ਕਾਜੀ ਆਉਂਦੇ, ਈਸਾਈਆਂ ਦੇ ਪਾਦਰੀ ਆਉਂਦੇ, ਅਤੇ ਸਾਨੂੰ ਸਿੱਖਾਂ ਵੱਲੋਂ ਗੁਰੂ ਘਰ ਦੇ ਵਿੱਚ ਸਰਕਾਰ ਬਕਾਇਦਾ ਫੰਡ ਭੇਜਦੀ, ਸਾਨੂੰ ਜਾਣਾ ਪੈਂਦਾ। ਮੁੰਡਿਆਂ ਨੂੰ ਸਮਝਾਓ ਇਹ ਸ਼ਰਾਰਤਾਂ ਕਿਉਂ ਕਰਦੇ ਨੇ। ਰਾਹ ਖਹਿੜੇ ਦੇ ਵਿੱਚ ਇੱਕ ਦੂਜੇ ਦੇ ਨਾਲ ਉਲਟੀਆਂ ਸਿੱਧੀਆਂ ਗੱਲਾਂ, ਬੁਰੀ ਨਿਗਾਹ ਅਤੇ ਚੋਰੀਆਂ ਜਾਰੀਆਂ, ਉਪਦਰਵ, ਲੜਾਈ ਝਗੜਾ। ਕਹਿੰਦੇ ਇਹਨਾਂ ਨੂੰ ਅਕਲ ਸਿਖਾਓ, ਸਮਝਾਓ, ਕੋਈ ਸਾਖੀ ਇਹਨਾਂ ਦੇ ਦਿਮਾਗ 'ਚ ਬਿਠਾਓ। ਅੱਧਾ ਪੌਣਾ ਘੰਟਾ ਬਾਣੀ ਦਾ ਪਾਠ ਸੁਣਾਈਦਾ ਸੀ ਅਤੇ ਹੋਰ ਬਚਨ ਵਿਲਾਸ, ਅਤੇ ਉਹ ਸਾਰਾ ਕੁਛ ਹੀ ਉੱਥੇ ਉਹਨਾਂ ਰਖਾ ਲੈਣਾ। ਕਹਿੰਦੇ ਜੇਬ 'ਚੋਂ ਕੱਢ ਕੇ ਜੋ ਤੁਹਾਡਾ ਪਰਸ ਹੈ, ਜੋ ਮੋਬਾਇਲ ਹੈ, ਇੱਥੇ ਰੱਖ ਦਿਓ ਲਿਫਾਫੇ 'ਚ ਪਾ ਕੇ। ਅੰਬੈਸੀ ਜਾਈਦਾ, ਸਭ ਕੁਛ ਹੀ ਬਾਹਰ, ਭਾਵੇਂ ਕੋਈ ਚੁੱਕ ਕੇ ਲੈ ਜੇ। ਅਤੇ ਜਦ ਅਸੀਂ ਗੁਰੂ ਘਰ ਆਉਂਦੇ ਹਾਂ ਅਤੇ ਸਾਨੂੰ ਮਹਾਰਾਜ ਦਾ ਫਿਰ ਭੈ ਨਹੀਂ ਹੈ, ਅਸੀਂ ਗੁਰੂ ਸਾਹਿਬ ਨੂੰ ਕੁਛ ਮੰਨਦੇ ਨਹੀਂ ਹਾਂ। ਦੁਨੀਆ ਅੱਗੇ ਤਾਂ ਆਪਾਂ
ਚੱਪਲਾਂ ਲਾ ਕੇ ਵੀ ਅੰਦਰ ਜਾਣ ਨੂੰ ਤਿਆਰ ਹਾਂ। ਤੇ ਹੱਥ ਜੋੜ ਕੇ ਤੇ ਮਾਈ ਬਾਪ ਕਹਿੰਦੇ ਆ ਬੜੀ ਨਿਮਰਤਾ ਦੇ ਵਿੱਚ, ਜੋ ਕਹਿੰਦੇ ਆ 7 ਬਚਨ ਜੀ, ਪਰ ਗੁਰੂ ਘਰ ਦਾ ਨਿਯਮ ਆ, ਜੇ ਕੋਈ ਪਹਿਰੇਦਾਰ ਨੇ ਬਚਨ ਕਰ ਦਿੱਤਾ ਤੇ ਅਸੀਂ ਨਾਰਾਜ਼ ਹੋ ਜਾਂਦੇ ਆ। ਸਤਿਗੁਰੂ ਰਹਿਮਤ ਕਰਨ। ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜੋ ਵੀ ਕੁਛ ਆਪਣੀ ਅਰਦਾਸ ਕਰਨੀ ਹੈ, ਬੇਨਤੀ ਕਰਨੀ ਹੈ, ਆਪਣਾ ਦੁੱਖ ਸੁਣਾਉਣਾ ਹੈ, ਕੋਈ ਪੈਸਾ ਦੇ ਸਕਦਾ ਹੈ, ਘਰ-ਬਾਰ 'ਚ ਨਿਵਾਸ ਕਰਾ ਸਕਦਾ ਹੈ, ਪਰ ਮਨ ਦੀ ਸ਼ਾਂਤੀ, ਮਨ ਦਾ ਸੁੱਖ ਗੁਰੂ ਘਰ ਆਉਣ ਤੋਂ ਪ੍ਰਾਪਤ ਹੋਏਗਾ। ਇਸ ਲਈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਅਰਦਾਸ ਕਰੀ ਪ੍ਰਭ ਆਪਣੇ ਆਗੇ। ਇਹ ਪਰਮੇਸ਼ਰ, ਮੈਂ ਤੈਨੂੰ ਆਪਣਾ ਜਾਣ ਕੇ ਤੇਰੇ ਅੱਗੇ ਅਰਦਾਸ ਬੇਨਤੀ ਕਰਦਾ ਹਾਂ। ਸੁਣ ਸੁਣ ਜੀਵਾ ਤੇਰੀ ਬਾਣੀ। ਇਹ ਪ੍ਰਮਾਤਮਾ, ਮੈਂ ਤੇਰੀ ਜਸ ਰੂਪ ਅੰਮ੍ਰਿਤ ਬਾਣੀ ਨੂੰ ਸ਼ਰਧਾ ਤੇ ਭਰੋਸੇ ਰੂਪ ਕੰਨਾਂ ਨਾਲ ਸੁਣ ਸੁਣ ਕੇ ਹੀ ਜਿਉਂਦਾ ਹੈ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਮੈਨੂੰ ਆਪ ਦੀ ਬਾਣੀ ਦਾ ਹੀ ਆਸਰਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਚਰਨ ਤੋੜਾ ਤੇਰੇ ਜਨ ਕੀ ਹੋਵਾ। ਇੰਨੀ ਮੇਰੇ ਮਨ 'ਚ ਨਿਮਰਤਾ ਹੋਵੇ ਕਿ ਮੈਂ ਤੇਰੇ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜੀ ਹੋਣਾ ਕਰਾਂ। ਸੋ ਆਪਾਂ ਪੈਸੇ ਖਾਤਰ ਲਾਲਚ ਵਿੱਚ ਤਾਂ ਅਫਸਰਾਂ ਨੂੰ ਸਾਹਿਬ ਕਹਿੰਦੇ ਆ। ਯਸ ਸਰ, ਦੱਸੋ ਸਰ ਜੀ ਕਿਆ ਹੁਕਮ ਹੈ। ਅਤੇ ਪਰ ਗੁਰਸਿੱਖਾਂ ਦੇ ਵੱਲ ਅਸੀਂ ਬਿਨਾਂ ਕਾਰਨ ਤੋਂ ਹੀ ਨਾਰਾਜ਼ਗੀ ਪ੍ਰਗਟ ਕਰਦੇ ਹਾਂ। ਇਸ ਲਈ ਸੋ ਜਿਹਦੇ ਕੋਲੋਂ ਕੁਛ ਪ੍ਰਾਪਤ ਹੋਣਾ ਹੈ, ਬੇਵਜ੍ਹਾ ਹੀ ਉਹਦੇ ਪਿੱਛੇ ਪਿੱਛੇ ਜਾਂਦੇ ਆ। ਪਰ ਮਹਾਰਾਜ ਤੇਰੀ ਸੰਗਤ ਅੱਗੇ ਅਸੀਂ ਆਪ ਦਾ ਗੁੱਸਾ ਜ਼ਾਹਰ ਕਰਦੇ ਹਾਂ। ਬੇਵਜ੍ਹਾ ਹੀ ਅਸੀਂ ਨਿਮਰਤਾ ਕਰੀਏ ਤੇਰੀ ਸੰਗਤ ਦੇ ਚਰਨਾਂ ਵਿੱਚ, ਤੇਰੇ ਗੁਰਮੁਖ ਜਨਾਂ ਦੇ ਚਰਨਾਂ ਦੀ ਧੂੜ ਹੋਣਾ ਕਰੀਏ। ਤੇਰੇ ਦਰਸ਼ਨ ਕਉ ਬਲ ਜਾਈ। ਭਾਵ ਅਤਿਅੰਤ ਨਿਮਰਤਾਵਾਨ ਅਸੀਂ ਹੋਈਏ, ਤੇਰੇ ਦਰਸ਼ਨ ਦਿਦਾਰਿਆਂ ਤੋਂ ਸਦਾ ਹੀ ਬਲਿਹਾਰ, ਸਦਾ ਹੀ ਕੁਰਬਾਨ ਜਾਈਏ। ਅੰਮ੍ਰਿਤ ਬਚਨ ਹਿਰਦੈ ਉਰ ਤਾਰੇ। ਅੰਮ੍ਰਿਤ ਕਰਨ ਵਾਲੇ ਤੇਰੇ ਬਚਨ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੀਏ। ਤਉ ਕਿਰਪਾ ਤੇ ਸੰਗ ਪਾਈ। ਤੇਰੀ ਕਿਰਪਾ ਮਿਹਰ ਤੋਂ ਹੀ ਗੁਰਮੁਖ ਜਨਾਂ ਦਾ ਸੰਗ ਸਾਥ ਪਾਈਦਾ ਹੈ। ਅੰਤਰ ਕੀ ਗਤ ਤੁਧ ਪਹਿਸਾਰੇ। ਹੇ ਮਹਾਰਾਜ, ਮੇਰੇ ਅੰਦਰ ਦੀ ਹਾਲਤ ਤੇਰੇ ਪਾਸ ਹੀ ਕਹਿਣੀ ਬਣਦੀ ਹੈ। ਜੀ ਵਡਿਆਵਰ ਨ ਕੋਈ। ਤੇਰੇ ਜਿੱਡਾ ਵੱਡਾ ਹੋਰ ਕੋਈ ਸਮਰੱਥ ਨਹੀਂ ਹੈ। ਜਿਸ ਨੂੰ ਲਾਏ ਲਹੈ ਸੋ ਲਾਗੈ। ਜਿਹਨੂੰ ਤੂੰ ਆਪਣੇ ਨਾਮ ਭਗਤੀ ਵਿੱਚ ਲਾ ਲੈਂਦਾ, ਉਹੀ ਨਾਮ ਭਗਤੀ ਵਿੱਚ ਲੱਗਦਾ ਹੈ। ਭਗਤ ਤੁਹਾਰਾ ਸੋਈ। ਔਰ ਉਹੀ ਤੇਰਾ ਅਸਲੀ ਭਗਤ ਹੈ। ਕਹਿਣ ਮੁਤਾਬਕ ਤਾਂ ਅਸੀਂ ਸਾਰੇ ਹੀ ਗੁਰਸਿੱਖ ਭਗਤ ਹਾਂ, ਪਰ ਜਿਹਨੂੰ ਤੂੰ ਆਪ ਨਾਮ ਭਗਤੀ ਚ ਲਾਉਂਦਾ, ਉਹ ਤੇਰਾ ਭਗਤ ਹੈ। ਦੋਏ ਕਰ ਜੋੜਾ ਮੰਗੋ ਇੱਕ ਦਾਨਾ। ਮੈਂ ਆਪਣੇ ਦੋਵੇਂ ਹੱਥ ਜੋੜ ਕੇ ਤੇਰੇ ਪਾਸੋਂ ਇੱਕ ਦਾਨ ਮੰਗਦਾ। ਇਹ ਗੁਰਸਿੱਖਾ ਕੀ ਦਾਨ ਮੰਗਦਾ ਹੈ? ਦੱਸ ਕੀ ਤੈਨੂੰ ਚਾਹੀਦਾ? ਸਾਹਿਬਾ ਤੁਠੈ ਪਾਵਾ। ਪਰ ਹੇ ਮਾਲਕ, ਮੈਨੂੰ ਬਚਨ ਦੇ ਕਿ ਤੂੰ ਪ੍ਰਸੰਨ ਹੋ ਕੇ ਮੈਨੂੰ ਦਾਨ ਪਾ ਦੇਵੇਂਗਾ। ਮੇਰੇ ਮਨ 'ਚ ਨਿਸ਼ਚਾ ਹੈ ਕਿ ਤੂੰ ਪ੍ਰਸੰਨ ਹੋਇਆ ਹੀ ਇਹ ਦਾਨ ਪਾ ਸਕਦਾ ਹੈ। ਮਹਾਰਾਜ ਕਹਿੰਦੇ ਦੱਸ ਤਾਂ ਸਹੀ ਕੀ ਚਾਹੁੰਦਾ ਹੈ? ਦੁੱਧ ਚਾਹੀਦਾ, ਕੋਈ ਮਾਇਆ ਤੇਲਾ, ਕੋਈ ਜ਼ਮੀਨ ਜਾਇਦਾਦ, ਕੁਛ ਵੀ ਲੀੜਾ ਕੱਪੜਾ, ਕੁਛ ਵੀ ਤੈਨੂੰ ਚਾਹੀਦਾ, ਦੱਸ ਕਿਹੜਾ ਦਾਨ ਤੂੰ ਮੰਗਦਾ ਹੈ? ਸਾਹਿਬ ਤੁਠੈ ਪਾਵਾ। ਇਹ ਮਹਾਰਾਜ ਤੇਰੇ ਪ੍ਰਸੰਨ ਹੋਇਆ ਮੈਂ ਦਾਨ ਪਾਵਾਂ। ਸਾਸ ਸਾਸ ਨਾਨਕ ਆਰਾਧੇ। ਤਾਂ ਸਤਿਗੁਰੂ ਸਾਹਿਬ ਜੀ ਕਥਨ ਕਰਦੇ, ਹੇ ਮਹਾਰਾਜ ਮੇਰੀ ਝੋਲੀ ਇਹ ਦਾਨ ਬਾ, ਹੋਰ ਤਾਂ ਆਪ ਦਾ ਦਿੱਤਾ ਸਭ ਕੁਛ ਹੈ। ਬਿਨਾਂ ਹੀ ਮੰਗਣ ਤੋਂ ਜੋ ਸੋਚਿਆ ਵੀ ਨਹੀਂ ਉਹ ਵੀ ਦਿੱਤਾ ਹੈ। ਮੇਰਾ ਮਨ ਜਿਹੜਾ ਹੈ ਉਹ
ਵਾਹਿਗੁਰੂ ਨਾਮ ਦੇ ਵਿੱਚ ਨਹੀਂ ਲੱਗਦਾ ਹੈ। ਕਿਰਪਾ ਕਰੋ ਹਰੇਕ ਸਵਾਸ ਆਉਂਦਿਆਂ ਤੇ ਜਾਂਦਿਆਂ ਮੈਂ ਤੇਰਾ ਆਰਾਧਨ ਕਰਾਂ, ਤੇਰਾ ਸਿਮਰਨ ਕਰਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਸਿਮਰਨਾ ਮੈਂ ਤੇਰੇ ਘਰ ਵਿੱਚੋਂ ਬਾਵਾਂ। 8 ਪਹਿਰ ਗੁਣ ਗਾਵਾਂ। ਜੇ ਮਹਾਰਾਜ ਕਹਿਣ ਵੀ ਤੂੰ ਬੈਠਾ ਤਾਂ ਹੋਇਆ ਹੈ ਤੇ ਸਿਮਰਨ ਹੀ ਕਰ ਰਿਹਾ ਹੈ, ਹੋਰ ਕੀ ਚਾਹੁੰਦਾ ਹੈ? ਮਹਾਰਾਜ ਘੜੀ ਘੰਟਾ ਹੀ ਆ ਬਸ, ਉਸ ਤੋਂ ਬਾਅਦ ਸਾਡਾ ਮਨ ਫਿਰ ਉਟਕ ਜਾਂਦਾ ਹੈ, ਦੁਨਿਆਵੀ ਧੰਦਿਆਂ ਵਿਵਹਾਰਾਂ ਵਿੱਚ ਭੁੱਲ ਜਾਂਦਾ ਹੈ। 8 ਪੈਰ ਅਸੀਂ ਤੇਰੇ ਹੀ ਗੁਣ ਗਾਉਂਦੇ ਰਹੀਏ, ਜਾਂ ਤਾਂ ਤੇਰੀ ਬਾਣੀ ਪੜ੍ਹਦੇ ਰਹੀਏ, ਜਾਂ ਤੇਰਾ ਵਾਹਿਗੁਰੂ ਨਾਮ ਜਾਂ ਮੂਲ ਮੰਤਰ ਦਾ ਭਜਨ ਸਿਮਰਨ, ਜਾਂ ਤੇਰੇ ਘਰ ਦੀ ਸੇਵਾ ਕਰਦੇ ਰਹੀਏ। ਕਦੀ ਸਾਨੂੰ ਵਿਹਲੇ ਨਾ ਰਹਿਣ ਦੇਈ। ਹਮੇਸ਼ਾ ਅਸੀਂ ਸੇਵਾ ਅਤੇ ਸਿਮਰਨ ਅਤੇ ਬਾਣੀ ਵਿੱਚ ਰੁੱਝੇ ਰਹੀਏ, ਜਿਸ ਨਾਲ ਸਾਡਾ ਮਨ ਤੇਰੇ ਚਰਨਾਂ ਵਿੱਚ ਜੁੜਿਆ ਰਹੇ। 8 ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਸੋਹੀ ਮਹੱਲਾ ਪੰਜਵਾ। ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਪੈ ਸੇਈ। ਇੱਕ ਦਾਨ ਮੰਗੈ ਨਾਨਕ ਵਿਚਾਰਾ। ਸੋ ਮਹਾਰਾਜ ਮੈਂ ਕਿਹਾ ਮੰਗੋ ਕਿਸ ਤਿਰ ਨ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਕਰਤਾ ਤੂੰ ਮੇਰਾ ਜਜਮਾਨ, ਇੱਕ ਦਖਣਾ ਹੋ ਤੈ ਪੈ ਮੰਗੋ, ਦੇਹ ਆਪਣਾ ਨਾਮ। ਕਿਰਪਾ ਕਰਕੇ ਆਪਣਾ ਨਾਮ ਬਖਸ਼। ਹੋਰ ਤਾਂ ਆਪਾਂ ਪੈਸੇ ਨਾਲ ਹਵਾਈ ਜਹਾਜ਼ ਵੀ ਖਰੀਦ ਸਕਦੇ ਹਾਂ, ਬੰਦੇ ਹੀ ਚਲਾਉਂਦੇ ਨੇ ਅਤੇ ਬੰਦਿਆਂ ਕੋਲ ਹੁੰਦੇ ਨੇ, ਕੋਈ ਵੱਡੀ ਗੱਲ ਨਹੀਂ ਹੈ ਹਵਾਈ ਜਹਾਜ਼ ਖਰੀਦਣਾ। ਅਤੇ ਪਰ ਇੱਕ ਵਾਹਿਗੁਰੂ ਦਾ ਨਾਮ ਨਹੀਂ ਜੇ ਮਿਲਦਾ, ਪੈਸੇ ਨਾਲ ਨਹੀਂ ਮਿਲਦਾ, ਗੁਰੂ ਘਰ ਤੋਂ ਬਗੈਰ। ਬਾਜ਼ਾਰ ਦੇ ਵਿੱਚ ਹਰੇਕ ਚੀਜ਼ ਅਵੇਲੇਬਲ ਹੈ, ਪੈਸੇ ਖਰਚੋ, ਜਿਹੜੀ ਮਰਜ਼ੀ ਚੀਜ਼ ਖਾ ਲਓ, ਜਿਹੜੀ ਮਰਜ਼ੀ ਚੀਜ਼ ਹੰਡਾ ਲਓ, ਜੋ ਮਰਜ਼ੀ ਘਰ ਨੂੰ ਲੈ ਜਾਓ। ਪਰ ਇੱਕ ਵਾਹਿਗੁਰੂ ਦਾ ਨਾਮ ਹੈ ਜੋ ਕਿ ਸ਼ਰਧਾ ਪਿਆਰ ਸੰਯੁਕਤ ਸਤਿਗੁਰੂ ਦੇ ਪ੍ਰਸੰਨ ਹੋਣ ਤੋਂ, ਗੁਰੂ ਘਰ ਦੇ ਵਿੱਚੋਂ ਅਰਦਾਸ ਬੇਨਤੀ ਤਰਲੇ ਮਿੰਨਤਾਂ ਕਰਨ ਤੋਂ ਪ੍ਰਾਪਤ ਹੁੰਦਾ ਹੈ। ਹੋਰ ਜਿੰਨਾ ਮਰਜ਼ੀ ਕੋਈ ਮੰਤਰੀ ਅਮੀਰ ਬੰਦਾ ਹੋਏ, ਉਹ ਇਹ ਨਾਮ ਨਹੀਂ ਦੇ ਸਕਦਾ ਹੈ। ਇਸ ਲਈ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਨੀ ਬਣਦੀ ਹੈ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਹੋ। ਆਹ ਕਥਾ ਕਿਤੇ ਕੀਰਤਨ ਦੀਆਂ ਦਾਤਾਂ ਸਕੂਲਾਂ ਕਾਲਜਾਂ 'ਚ ਜਾਂ ਹੋਰ ਜਗ੍ਹਾ ਕਿਤੇ ਕੋਈ ਟਿਊਸ਼ਨ ਫੀਸ ਦੇ ਕੇ ਕੁਛ ਨਹੀਂ ਇਹ ਚੀਜ਼ ਮਿਲਦੀ। ਇਹ ਤਾਂ ਫਰੀ ਖਾਤੇ ਮਹਾਰਾਜ ਦੀ ਬਖਸ਼ਿਸ਼, ਗੋਡ ਗਿਫਟ, ਵਾਹਿਗੁਰੂ ਦੀ ਪ੍ਰਸੰਨਤਾ ਦੀ ਨਿਸ਼ਾਨੀ ਹੈ। ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ, ਸੋ ਜਸ ਤੇਰਾ ਗਾਵੇ। ਸਿੱਖ ਸਿਖਾਓ ਕਿ ਬਥੇਰੇ ਤੁਰੇ ਫਿਰਦੇ, ਮਹਾਰਾਜ ਟਾਈਮ ਹੀ ਨਹੀਂ ਦਿੰਦਾ, ਅਤੇ ਇਸ ਵਾਸਤੇ ਇਹ ਬੋਲਣ ਦਾ ਟਾਈਮ ਹੀ ਨਹੀਂ ਦਿਓ ਆਪਦੇ ਚਰਨਾਂ, ਫਿਰ ਕਰਾਂਗੇ ਵੀ ਕੀ। ਤੋ ਇਸ ਲਈ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਮਨ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਸੋਹੀ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੋਹੀ ਰਾਗ ਦੇ ਵਿੱਚ ਪਾਵਨ ਉਪਦੇਸ਼ ਬਖਸ਼ਦੇ ਨੇ। ਜਿਸ ਕੇ ਸਿਰ ਉਪਰ ਤੂੰ ਸੁਆਮੀ। ਇਹਦੇ ਅਰਥ ਮੈਂ ਕੁਛ ਕੁ ਕਿਤਾਬਾਂ ਤੋਂ ਵੱਖਰਾ ਜਾ ਕੇ ਜੋ ਮੈਨੂੰ ਸਮਝ ਆਈ ਹੈ, ਤੁਹਾਨੂੰ ਭਾਵੇਂ ਚੰਗੇ ਲੱਗਣ ਜਾਂ ਨਾ ਲੱਗਣ, ਮੈਂ ਕੁਝ ਕੁ ਵੱਖਰੇ ਕਰਦਾ। ਸਭ ਤੋਂ ਪਹਿਲਾਂ ਜੋ ਮੈਨੂੰ ਇਹ ਸਮਝ ਆਈ ਪੰਕਤੀ ਦੀ, ਅਤੇ ਇੰਨੀ ਕੁ ਸਮਝ ਆਈ ਹੈ। ਮਹਾਰਾਜ ਕਹਿੰਦੇ ਨੇ ਜਿਸ ਕੇ ਉੱਪਰ ਸਿਰ ਉੱਪਰ ਤੂੰ ਸੁਆਮੀ। ਸਾਡਾ ਸੁਆਮੀ ਮਾਲਕ ਕੌਣ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਅਤੇ ਸਾਡੀ ਡਿਊਟੀ ਕੀ ਹੈ? ਗੁਰੂ ਸਾਹਿਬ ਦੀ ਸੇਵਾ। ਆਪਾਂ ਅੰਮ੍ਰਿਤ ਛਕਿਆ, ਬਾਣਾ ਪਾਇਆ, ਗੁਰਦੁਆਰੇ 'ਚੋਂ ਪੈਸੇ ਲੈਂਦੇ ਆ, ਸੰਗਤ ਸਾਨੂੰ ਸਤਿਕਾਰ ਕਾਹਦੇ ਲਈ ਦਿੰਦੀ? ਗੁਰੂ ਗ੍ਰੰਥ ਸਾਹਿਬ ਦੀ ਸੇਵਾ ਲਈ। ਅਤੇ ਫਿਰ ਸਾਡਾ ਫਰਜ਼ ਕੀ ਬਣਦਾ? 2 ਫਰਜ਼ ਨੇ, ਇੱਕ ਤਾਂ ਮਹਾਰਾਜ ਦਾ ਪ੍ਰਕਾਸ਼ ਕਰਨਾ, ਦੂਜਾ ਸੁੱਖ ਆਸਨ ਕਰਨਾ। ਬਾਬੇ ਕੀ ਕਰਦੇ ਨੇ? ਮਾੜਾ ਜਿਹਾ ਸੁਰ ਆ ਜਾਂਦੀ ਹੈ, 4 ਅੱਖਰ ਬੋਲਣੇ ਆ ਜਾਂਦੇ ਨੇ। ਮੈਂ ਕਈਆਂ ਨੂੰ ਵੇਖਿਆ
ਆਉਂਦੇ ਨੇ ਭੱਜੇ ਭੱਜੇ ਸਟੇਜ ਦੇ ਮਗਰ ਹੀ ਗੱਡੀ ਬਿਲਕੁਲ ਨਾਲ ਹੀ ਲਾ ਦਿੰਦੇ। ਦੂਜਿਆਂ ਨੂੰ ਤਾਂ ਸੇਵਾਦਾਰ ਪਰੇ 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 ਪਰੇ, ਜੋੜੇ ਵੀ ਪਤਾ ਨਹੀਂ ਸ਼ਹਿਰ ਤੋਂ ਬਾਹਰ ਹੀ ਕਹਿੰਦੇ ਲਾ ਕੇ ਆਓ, ਉਹਨਾਂ ਨੂੰ ਪੈਡ ਵਿਛਾ ਕੇ ਦੇਣਾ, ਕਿਸੇ ਨੇ ਗੱਡੀ ਨਹੀਂ ਰੋਕਣੀ। ਆਉਂਦਿਆਂ ਹੀ ਆਪਦੀ ਸਾਜ਼-ਬਾਜ਼ ਬਿਲਕੁਲ ਨਾਲ ਹੀ ਲਾ ਕੇ, ਜਰਾਬਾਂ ਵੀ ਨਹੀਂ ਲਾਉਣੀਆਂ, ਜੁੱਤੀ ਵੀ ਗੱਡੀ 'ਚ ਹੀ, ਅਤੇ ਠੁੱਕ ਠੁੱਕ ਠਾ ਠਾ ਡੰਮ ਡੰਮ ਠਾ ਠਾ ਕਰਕੇ ਅਤੇ ਸਮਾਪਤੀ ਕਰਦਿਆਂ ਸਾਰੀ ਮੁੜ ਕੇ ਗੱਡੀ 'ਚ ਬਹਿਣਾ ਅਤੇ ਟੀ ਟੀ ਮੀ ਮੀ ਕਰਕੇ ਫਿਰ ਜਿੱਦਾਂ ਫਾਇਰ ਬ੍ਰਿਗੇਡ ਆਈ ਅੱਗ ਬੁਝਾ ਕੇ ਚਲੀ ਗਈ। ਮਾਫ ਕਰਨਾ ਨਾ ਤਾਂ ਸਮੇਂ ਸਿਰ ਆਉਣਾ, ਜਿੰਨਾ ਚਿਰ ਸੰਗਤਾਂ ਨੇ ਵੇਖਣ ਨਹੀਂ ਲੱਗ ਪੈਣਾ, ਜਾਣ ਬੁੱਝ ਕੇ ਸਮੇਂ ਤੋਂ ਲੇਟ ਨਾ ਆਪਾਂ ਕਹਿ ਸਕਦੇ ਕਿਉਂਕਿ ਬਾਬੇ ਜੂ ਹੋਏ, ਅਤੇ ਨਾ ਉੱਥੇ ਘੜੀ ਖਲੋਣਾ ਵੀ ਅਰਦਾਸ ਤੁਹਾਨੂੰ ਕੀ ਤੰਗ ਕਰਦੀ ਹੈ, ਕੋਈ ਦੁਖੀ ਕਰਦੀ ਹੈ। ਦੂਜਿਆਂ ਨੂੰ ਤਾਂ ਕਹਿਣਾ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਵੋ ਜੀ, ਮਹਾਰਾਜ ਦੀ ਭਗਤੀ ਕਰੋ ਜੀ, ਅਤੇ ਜਿਹੜੇ ਪ੍ਰਚਾਰਕ ਨੇ ਰਾਗੀ ਟਾਢਿਓ ਕਦੀ ਅਰਦਾਸ ਤੋਂ ਨਹੀਂ ਸੁਣਦਾ ਦਿਖਾ ਦਿਓ ਕੋਈ, ਜਾਂ ਕੋਈ ਹੁਕਮਨਾਮਾ ਕੋਈ ਬਹਿ ਕੇ ਪਿਆਰ ਨਾਲ ਸੁਣਦਾ ਹੋਵੇ। ਲੋਕ ਦੂਰ ਆਉਣਗੇ ਹੱਥ ਜੋੜ ਕੇ ਵਾਹਿਗੁਰੂ ਵਾਹਿਗੁਰੂ ਕਰਦੇ, ਸ਼ਰਧਾ ਨਾਲ ਸੁਣਨਗੇ, ਅਤੇ ਅਸੀਂ ਲੋਕ ਨਹੀਂ। ਫਿਰ ਮਹਾਰਾਜ ਦੇ ਸੁੱਖ ਆਸਣ 'ਚ ਕੌਣ ਹਾਜ਼ਰੀ ਭਰਦਾ ਦੱਸੋ? ਵੱਡੀਆਂ ਵੱਡੀਆਂ ਪਰਾਤਾਂ ਕੜਾਹ ਪ੍ਰਸ਼ਾਦੀਆਂ ਬਣਾ ਲਈਦੀਆਂ, ਮੁੜ ਕੇ ਜਦੋਂ ਵਰਤਾਈ ਦਾ ਉਦੋਂ ਸਾਰੇ ਹੀ ਭੱਜ ਜਾਂਦੇ ਘਰਾਂ ਨੂੰ, ਬੈਠੇ ਰਹੋ। ਤੋ ਵੈਸੇ ਚਾਹੀਦਾ ਇਹ ਆ ਵੀ ਪ੍ਰਸ਼ਾਦ ਨੂੰ ਆਉਂਦਿਆਂ ਹੀ ਭੋਗ ਲਵਾ ਦਿਓ, ਗੇਟ 'ਤੇ ਰੱਖ ਲਓ, ਜਿਹਨੇ ਜਾਣਾ ਆਪਦੇ ਘਰ ਪ੍ਰਸ਼ਾਦ ਤਾਂ ਘੱਟੋ ਘੱਟ ਲੈ ਜਾਓ। ਸੁੱਖ ਆਸਣ ਦੇ ਕੋਈ ਹਾਜ਼ਰੀ ਨਹੀਂ ਭਰਦਾ। ਇਹ ਦੱਸੋ ਕਿੰਨਾ ਕੁ ਮਹਾਰਾਜ ਦਾ ਆਪਾਂ ਸਤਿਕਾਰ ਕਰਦੇ ਹਾਂ, ਕਿੰਨੀ ਕੁ ਚੰਗੀ ਗੱਲ ਹੈ। ਅਸੀਂ ਕੋਈ ਅਫਸਰ ਥੋੜ੍ਹੋ ਹਾਂ, ਕੋਈ ਸਾਹਿਬ ਥੋੜ੍ਹੋ ਹਾਂ ਵੀ ਸਾਡੇ ਆਉਣ ਤੋਂ ਪਹਿਲਾਂ ਮਹਾਰਾਜ ਬੈਠਾ ਹੋਏ ਅਤੇ ਅਸੀਂ ਆਪ ਦਾ ਕੰਮ ਕਰਕੇ ਤੁਰ ਜਾਈਏ ਅਤੇ ਮਹਾਰਾਜ ਮੂੰਹ ਲਵੇਂਦਾ ਰਹੇ। ਜਦੋਂ ਸਾਰੇ ਜਾਣ ਫਿਰ ਮਹਾਰਾਜ ਦਾ ਸਰੂਪ ਦੱਸੋ ਹੁੰਦਾ ਕਿ ਨਹੀਂ? ਇਸ ਤਰ੍ਹਾਂ ਕਿਤੇ ਘਰ 'ਚ ਕੋਈ ਭੋਗ ਪਾਉਣਾ, ਕੋਈ ਸੁਖਮਨੀ ਸਾਹਿਬ ਦਾ ਪਾਠ ਹੈ, ਕੋਈ ਅਖੰਡ ਪਾਠ, ਕੋਈ ਸਹਿਜ ਪਾਠ, ਤੁਸੀਂ ਦੱਸੋ। ਵਿਆਹ ਵਾਲੇ ਦਿਨ ਬਾਬੇ ਸੁੱਕਣੇ ਪਏ ਰਹਿੰਦੇ ਅਤੇ ਗਲ 'ਚ ਪਰਨਾ ਪਾ ਕੇ ਖੜ੍ਹੇ ਰਹਿੰਦੇ, ਬਰਾਤ ਹੀ ਨਹੀਂ ਆਉਂਦੀ। ਕਿੰਨਾ ਕੁ ਆਪਾਂ ਮਹਾਰਾਜ ਦਾ ਸਤਿਕਾਰ ਕਰਦੇ ਹਾਂ। ਫਿਰ ਕਹਿੰਦੇ ਸਭ ਸਿੱਖਣ ਕੋ ਗੁਰੂ ਮਾਨਿਓ ਗ੍ਰੰਥ। ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ। ਅਤੇ ਇਸ ਵਾਸਤੇ ਇਸ ਪੰਕਤੀ ਦੇ ਕੀ ਅਰਥ ਹਨ? ਅਸੀਂ ਦੁਖੀ ਕਿਉਂ ਹਾਂ, ਪਰੇਸ਼ਾਨ ਕਿਉਂ ਹਾਂ, ਸਾਡਾ ਮਨ ਸੁਖੀ ਕਿਉਂ ਨਹੀਂ ਆ, ਸਾਨੂੰ ਫਿਰ ਵੀ ਚਿੰਤਾ ਕਿਉਂ ਖਾਈ ਜਾ ਰਹੀ ਹੈ, ਕਿਉਂ ਸਾਡਾ ਮਨ ਕਾਹਲਾ ਪੈਂਦਾ ਹੈ, ਬਰਕਤ ਕਿਉਂ ਨਹੀਂ ਸਾਡੇ ਹੱਥਾਂ ਦੇ ਵਿੱਚ, ਬਖਸ਼ਿਸ਼ ਕਿਉਂ ਨਹੀਂ ਹੈ? ਕਾਰਨ ਕੀ ਹੈ? ਵੀ ਆਪਾਂ ਮਹਾਰਾਜ ਦਾ ਸਤਿਕਾਰ ਨਹੀਂ ਕਰਦੇ, ਗੁਰੂ ਸਾਹਿਬ ਦੀ ਸੇਵਾ ਸ਼ਰਧਾ ਭਾਵਨਾ ਨਹੀਂ ਕਰਦੇ। ਕੋਈ ਮਜਬੂਰੀ ਹੋ ਸਕਦੀ ਹੈ, ਤੋ ਕੋਈ ਡਿਊਟੀ ਦਾ ਅੱਗਾ ਪਿੱਛਾ ਕੁਛ ਵੀ ਹੈ, ਸਰੀਰਕ ਪ੍ਰੋਬਲਮ ਹੈ, ਬੰਦਾ ਖੜ੍ਹ ਨਹੀਂ ਸਕਦਾ, ਉਹ ਗੱਲ ਵੱਖਰੀ ਹੈ। ਪਰ ਜੇ ਨਾਰਮਲ ਸਭ ਕੁਛ ਹੈ ਅਤੇ ਨਿਤਨੇਮ ਹੈ, ਸਭ ਕੁਛ ਹੈ, ਅਤੇ ਆਪਾਂ ਮਹਾਰਾਜ ਦੇ ਸੁੱਖ ਆਸਣ ਤੋਂ ਬਗੈਰ ਹੀ ਭੱਜ ਜਾਈਏ, ਗੁਰੂ ਸਾਹਿਬ ਪ੍ਰਕਾਸ਼ ਹੋਣ ਅਤੇ ਆਪਾਂ ਜਾ ਕੇ ਬੈੱਡ 'ਤੇ ਸੁੱਤੇ ਹੋਈਏ, ਰੁਪਈਏ ਸਾਨੂੰ ਮਿਲਦੇ ਨੇ ਗ੍ਰੰਥੀ ਦੀ ਸੇਵਾ ਦੇ, ਆਪਾਂ ਸੁੱਤੇ ਹੋਈਏ, ਮਹਾਰਾਜ ਜਾਗਦਾ ਹੋਵੇ, ਉੱਧਰੋਂ ਸੁੱਤੇ ਹੋਈਏ, ਉੱਧਰੋਂ ਮਹਾਰਾਜ ਆ ਕੇ ਪ੍ਰਕਾਸ਼ ਹੋ ਜਾਏ, ਅਤੇ ਦੱਸੋ ਕਾਹਦੀ ਡਿਊਟੀ ਹੈ, ਕਾਹਦਾ ਸਤਿਕਾਰ ਹੈ? ਸੰਤ ਕਰਤਾਰ ਸਿੰਘ ਨੂੰ ਪੁੱਠਾ ਸੁੱਟਿਆ ਸੀ ਇੱਕ ਵਾਰ ਗੁਰੂ ਜੀ ਮਹਾਰਾਜ ਨੇ, ਭਿੰਡਰਾਂ ਵਾਲੇ ਸੰਤ ਟਕਸਾਲ ਦੇ 13ਵੇਂ ਮੁਖੀ। ਆਖਿਆ ਪੁੱਤ ਤੂੰ ਲੰਮੇ ਪੈ ਗਿਆ, ਮੇਰਾ ਤੂੰ ਸੁੱਖ ਆਸਣ ਚੱਲ। ਉੱਥੇ ਬਰਸੀ ਦਾ ਸਮਾਗਮ ਸੀਗਾ ਅਤੇ ਮਹਾਂਪੁਰਖ ਚਿੱਟਾ ਚਾਦਰਾ ਲੈ ਕੇ ਬਿਰਾਜਮਾਨ ਹੋ ਗਏ। ਰਾਤ ਦੇ 12 ਵਜੇ ਬੰਦੇ ਨੂੰ ਆਲਸ ਆ ਜਾਂਦਾ, 2 ਵਜੇ ਫਿਰ ਉੱਠਣਾ ਸੀਗਾ, 2 ਘੰਟੇ ਦੀ ਰੈਸਟ ਹੈ। ਅਤੇ ਜਦ ਉਹਨੂੰ ਕੰਨਾਂ 'ਚ ਆਵਾਜ਼ ਦਿੱਤੀ, ਪੁੱਠਾ ਸੁੱਟਿਆ, ਅੱਬੜਵਾਏ ਉੱਠੇ, ਭੱਜੇ ਉੱਥੋਂ, ਗਲ 'ਚ ਪਰਨਾ ਪਾ ਕੇ, ਕਹਿੰਦੇ ਆਓ ਸਿੰਘੋ ਭਾਈ ਅਰਦਾਸਾ ਸੋਧਿਆ, ਮਹਾਰਾਜ ਮਾਫ ਕਰਨਾ। ਉਸ ਦਿਨ ਤੋਂ ਨਿਯਮ ਬਣਾ ਦਿੱਤਾ, ਭਾਵੇਂ ਕੋਈ ਅਖੰਡ ਕੀਰਤਨ, ਬਰਸੀ ਦਾ ਸਮਾਗਮ, ਕਿੰਨਾ ਮਰਜ਼ੀ ਕੋਈ ਪ੍ਰੋਗਰਾਮ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੁੱਖ ਆਸਣ ਅਵਸ਼ 12 ਵਜੇ ਤੋਂ 5 ਮਿੰਟ ਪਹਿਲਾਂ ਹੋਣਾ ਚਾਹੀਦਾ। ਅਤੇ ਭਾਵੇਂ ਪ੍ਰਕਾਸ਼ ਘੰਟੇ ਬਾਅਦ ਕਰ ਲਓ, ਸੁੱਖ ਆਸਣ ਵਾਲੇ ਰੂਮ 'ਚ ਭਾਵੇਂ ਨਾ ਲੈ ਕੇ ਜਾਓ, ਪਰ ਸੁੱਖ ਆਸਣ ਕਰਨਾ ਲਾਜ਼ਮੀ ਹੈ। ਲੋਕ ਜਾਗਦੇ ਹੋਣ, ਕੀਰਤਨ ਹੁੰਦਾ ਹੋਏ, ਮੁਬਾਰਕਾਂ ਨੇ। ਤੁਸੀਂ ਹਰਿਮੰਦਰ ਸਾਹਿਬ ਦੀ ਮਰਜ਼ਾਦਾ ਵੇਖੋ, ਅੱਧੀ ਰਾਤ ਸੰਗਤ ਉੱਠ ਕੇ ਬਹਿ ਜਾਂਦੀ, 2:30 ਵਜੇ ਕੀਰਤਨ ਸ਼ੁਰੂ ਹੁੰਦਾ, ਪਰ ਮਹਾਰਾਜ ਆਪਦੇ ਟਾਈਮ ਸਿਰ ਆਉਂਦੇ ਨੇ,
ਭਰੀ ਸੰਗਤ ਦੇ ਵਿੱਚ ਕਿੰਨੇ ਵਾਜੇ ਵਜੇ ਵੱਜਦੇ, ਕਿੰਨਾ ਸਤਿਨਾਮ ਵਾਹਿਗੁਰੂ, ਕਿੰਨੇ ਸਵਈਏ ਪੜ੍ਹੇ ਜਾਂਦੇ ਨੇ। ਅਤੇ ਆਮ ਗੁਰੂ ਘਰਾਂ 'ਚ ਇਕੱਲਾ ਹੀ ਗ੍ਰੰਥੀ ਸਿਰ 'ਤੇ ਚੁੱਕਿਆ ਮਹਾਰਾਜ ਆਪ ਹੀ ਚੌਰ, ਸੇਵਾਦਾਰ ਨੇ ਵੀ ਨਹੀਂ ਹੋਣਾ। ਕਈਆਂ ਨੂੰ ਮੈਂ ਬੇਨਤੀ ਕੀਤੀ ਹੈ, ਮੈਂ ਕਿਹਾ ਵੀ ਇੰਝ ਨਹੀਂ ਹੋਣਾ ਚਾਹੀਦਾ। ਨਿਤਨੇਮ ਆਪਦਾ ਕਰ ਲਓ, ਪਹਿਲਾਂ ਜਦੋਂ ਸੰਗਤ ਆਉਂਦੀ ਪ੍ਰਕਾਸ਼ ਉਦੋਂ ਕਰੋ, ਜਦ ਕੋਈ ਹੈ ਹੀ ਨਹੀਂ ਫਿਰ ਪ੍ਰਕਾਸ਼ ਦਾ ਫਾਇਦਾ ਕੀ ਹੋਇਆ? ਵੇਖਣ ਵਾਲਾ ਤਾਂ ਹੋਵੇ। ਇਹਦੇ ਨੂੰ ਨਾਨਕਸਰੀਏ ਚੰਗੇ ਨੇ, ਉਹ ਓਨਾ ਚਿਰ ਪ੍ਰਕਾਸ਼ ਰੱਖਦੇ ਜਿੰਨਾ ਚਿਰ ਗੁਰਦੁਆਰਾ ਚੱਲਦਾ। ਜਦੋਂ ਸੰਗਤਾਂ ਚਲੀਆਂ ਗਈਆਂ ਉਹਨਾਂ ਮਹਾਰਾਜ ਸੁੱਖ ਆਸਣ ਕਰਕੇ ਉੱਤੇ ਬਸਤਰ ਪਾ ਕੇ ਬੂਹਾ ਬੰਦ ਕਰ ਦੇਣਾ, ਪ੍ਰਸ਼ਾਦ ਲਓ, ਲੰਗਰ ਖਾਓ, ਆਪਦੇ ਘਰ ਨੂੰ ਜਾਓ। ਮਹਾਰਾਜ ਮਿਲੂਗਾ ਸ਼ਾਮ ਦੇ 4 ਵਜੇ ਜਦੋਂ ਕੀਰਤਨ ਸ਼ੁਰੂ ਹੋਊਗਾ। ਜੇ ਸਾਡਾ ਟਾਈਮ ਹੈ, ਦਫ਼ਤਰਾਂ ਦਾ ਟਾਈਮ ਨਹੀਂ ਹੁੰਦਾ, ਇੰਨੇ ਤੋਂ ਇੰਨੇ ਲੰਗਰ ਦਾ ਵੀ ਟਾਈਮ ਹੈ, ਸੇਵਾਦਾਰ ਵੀ ਕਹਿੰਦੇ ਵੀ ਜਾਓ ਸਤਿਨਾਮ ਵਾਹਿਗੁਰੂ, ਹੁਣ ਲੰਗਰ ਬੰਦ ਹੈ। ਅਤੇ ਮਹਾਰਾਜ ਨੂੰ ਅਸਾਂ ਕੀ ਸਮਝਿਆ ਹੈ? ਬੇਅਦਬੀ ਕਿਉਂ ਹੋ ਰਹੀ ਹੈ? ਇਹ ਗੱਲਾਂ ਸਾਨੂੰ ਸੋਚਣੀਆਂ ਪੈਣਗੀਆਂ। ਵਿਹਲੇ ਬੈਠ ਕੇ ਇਹ ਪੰਕਤੀ ਦੇ ਜੇ ਤੁਸੀਂ ਮੇਰੇ ਕੋਲੋਂ ਅਰਥ ਸੁਣੋ, ਕਿਤਾਬ 'ਚ ਭਾਵੇਂ ਨਹੀਂ ਲਿਖੇ ਪਰ ਮੇਰੇ ਅਰਥ ਇਹ ਨੇ, ਹਾਂਜੀ ਪਿਆਰ ਨਾਲ ਸੁਣੋ। ਜਿਸ ਕੇ ਸਿਰ ਉਪਰ ਤੂੰ ਸੁਆਮੀ, ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿਰ ਦੇ ਉੱਪਰ ਪ੍ਰਕਾਸ਼ ਕਰਨ ਵਾਸਤੇ ਮਹਾਰਾਜ ਦਾ ਸਰੂਪ ਲੈਣਾ ਅਤੇ ਸੁੱਖ ਆਸਣ ਵਕਤ ਸੁੱਖ ਆਸਣ ਦੀ ਰੂਮ 'ਚ ਲੈ ਕੇ ਜਾਣਾ। ਸਾਡੇ ਘਰ ਮਹਾਰਾਜ ਦਾ ਪ੍ਰਕਾਸ਼ ਹੋਣਾ, ਆਪਦੇ ਸੀਸ 'ਤੇ ਬਿਰਾਜਮਾਨ ਕਰਨਾ ਨੰਗੇ ਚਰਨੀ, ਅਤੇ ਮਹਾਰਾਜ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ, ਤਤਪਰ ਰਹਿਣਾ, ਮਨ 'ਚ ਸ਼ੌਂਕ ਰਹਿਣਾ ਕਿ ਅਸੀਂ ਮਹਾਰਾਜ ਦਾ ਸਰੂਪ ਸੀਸ 'ਤੇ ਬਿਰਾਜਮਾਨ ਕਰੀਏ, ਜਿਹਦੇ ਸਿਰ ਦੇ ਉੱਪਰ ਹੇ ਮੇਰੇ ਮਾਲਕਾ ਤੂੰ ਬਿਰਾਜਮਾਨ ਹੈ। ਸੋ ਦੁੱਖ ਕੈਸਾ ਪਾਵੈ, ਉਹ ਕਦੀ ਦੁਖੀ ਨਹੀਂ ਜੇ ਹੋ ਸਕਦਾ। ਉਹ ਕਿਵੇਂ ਦੁੱਖ ਪਾਊਗਾ? ਉਹ ਹਮੇਸ਼ਾ ਹੀ ਸੁਖੀ ਰਹੇਗਾ। ਇਸ ਵਾਸਤੇ ਜਿਹਨੇ ਆਪਦੇ ਬੱਚਿਆਂ ਨੂੰ ਸੁਖੀ ਰੱਖਣਾ ਹੈ, ਆਪ ਸੁਖੀ ਰਹਿਣਾ ਹੈ, ਉਹ ਮਹਾਰਾਜ ਦੇ ਪ੍ਰਕਾਸ਼ ਵਿੱਚ ਜੇ ਸਮਾਂ ਮਿਲੇ ਅਤੇ ਗੁਰੂ ਸਾਹਿਬ ਦੇ ਸੁੱਖ ਆਸਣ ਵਿੱਚ ਜ਼ਰੂਰ ਹਾਜ਼ਰੀ ਭਰਨ। ਗੁਰੂ ਸਾਹਿਬ ਦੀ ਕਿਰਪਾ ਸਾਡੇ ਘਰ ਵਰਤੇਗੀ। ਗੁਰੂ ਮਹਾਰਾਜ ਭੁੱਲਾਂ ਚੁੱਕਾਂ ਮਾਫ਼ ਕਰਨ ਜੀ। ਕਥਾ ਦਾ ਮੇਰਾ ਸਮਾਂ ਬਿਲਕੁਲ ਓਵਰ ਹੋ ਚੁੱਕਾ ਹੈ। ਸ਼ਬਦ ਦਾ ਪਾਠ ਸਰਵਣ ਕਰੋ। ਬੋਲ ਨ ਜਾਣੈ ਮਾਇਆ ਮਦ ਮਾਤਾ, ਮਰਣਾ ਜੀਤ ਨ ਆਵੈ। ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕ ਕਉ ਭਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ। ਰਹਾਉ ਜੋ ਤੇਰਾ ਰੰਗ ਰਾਤੇ ਸੁਆਮੀ, ਤੈਨ ਕਾ ਜਨਮ ਮਰਨ ਦੁਖ ਨਾਸਾ। ਤੇਰੀ ਬਖਸ਼ ਨਾ ਮਿਟੈ ਕੋਈ, ਸਤਿਗੁਰ ਕਾ ਦਿਲਾਸਾ। ਨਾਮ ਧਿਆਇਨ ਸੁਖ ਫਲ ਪਾਇਨ, ਆਠ ਪਹਿਰ ਆਰਾਧਾ ਹੈ। ਤੇਰੀ ਸਰਣ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਾਧਾ ਹੈ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।